ਹੈਲੋ ਫਰੈਂਡਸ, मैं ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਏ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ 9th ਕਲਾਸ NCERT ਜਿਓਗ੍ਰਾਫੀ ਨੂੰ। ਜਿਵੇਂ ਕਿ ਆਪਣੇ ਚੈਨਲ ਦੇ ਉੱਪਰ ਜੀ 6th ਕਲਾਸ ਤੋਂ ਲੈ ਕੇ 8th ਕਲਾਸ ਤੱਕ ਦੀਆਂ ਜੋ ਸਾਰੀ NCERT ਜਿਓਗ੍ਰਾਫੀ ਹੈ ਜੀ ਉਸ ਦੇ ਸਾਰੇ ਚੈਪਟਰਸ ਨੂੰ ਆਪਾਂ ਵੀਡੀਓਜ਼ ਦੇ ਨਾਲ ਡਿਸਕਸ ਕਰ ਚੁੱਕੇ ਹਾਂ, ਉਹਨਾਂ ਨੂੰ ਵਧੀਆ ਤਰੀਕੇ ਸਮਝ ਚੁੱਕੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ 9th ਕਲਾਸ NCERT ਜਿਓਗ੍ਰਾਫੀ ਨੂੰ, ਜਿਸ ਦਾ ਅੱਜ ਆਪਾਂ ਪਹਿਲਾ ਚੈਪਟਰ ਪੜ੍ਹਨ ਜਾ ਰਹੇ ਹਾਂ ਜੀ, ਜਿਸ ਦਾ ਟਾਈਟਲ ਹੈ ਇੰਡੀਆ ਯਾਨੀ ਕਿ ਭਾਰਤ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਾਰਤ ਦੇਸ਼ 'ਤੇ ਫੋਕਸ ਕਰਾਂਗੇ ਜੀ, ਉਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਜੇਕਰ ਤੁਸੀਂ ਜੀ 6th ਕਲਾਸ ਤੋਂ ਲੈ ਕੇ 8th ਕਲਾਸ ਤੱਕ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਦੇਖਣਾ ਚਾਹੁੰਦੇ ਹੋ ਤਾਂ ਉੱਪਰ ਆਈ ਬਟਨ ਜੋ ਤੁਹਾਨੂੰ ਲਿੰਕ ਮਿਲ ਜਾਏਗਾ ਜੀ, ਸਾਰੀਆਂ ਹੀ ਕਲਾਸਿਸ ਦੀਆਂ ਜੋ ਵੀਡੀਓਜ਼ ਆ ਉਹ ਪਲੇਲਿਸਟ ਟਾਈਪ ਤੁਹਾਨੂੰ ਮਿਲ ਜਾਣਗੀਆਂ। ਸਾਰੀਆਂ ਕਲਾਸਿਸ ਦੀ ਅਲੱਗ-ਅਲੱਗ ਜੋ ਪਲੇਲਿਸਟ ਹੈ ਜੀ ਉਹ ਤੁਹਾਨੂੰ ਮਿਲ ਜਾਏਗੀ। ਜੇਕਰ ਤੁਸੀਂ ਫਸਟ ਟਾਈਮ ਪੰਜਾਬ ਐਜੂਕੇਸ਼ਨ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਜੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਇੱਦਾਂ ਦੀਆਂ ਵੀਡੀਓਜ਼ ਅਪਲੋਡ ਹੋਣ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਅਤੇ ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਗਰੁੱਪ ਤੇ ਵੀ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਚੈਨਲ ਨੂੰ ਜੁਆਇਨ ਕਰਕੇ ਤੁਸੀਂ ਸਾਰੀਆਂ ਹੀ ਵੀਡੀਓਜ਼ ਦਾ ਜੋ ਫ੍ਰੀ ਆਫ ਕਾਸਟ PDF ਆ ਜੀ ਉਹ ਲੈ ਸਕਦੇ ਹੋ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਆਪਣਾ ਇਹ ਚੈਪਟਰ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਆਪਾਂ ਉਹਨਾਂ ਮੇਨ ਟੌਪਿਕਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਅਤੇ ਸਮਝਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਜੀ ਭਾਰਤ ਦੀ ਸਥਿਤੀ। ਇਸ ਪੁਆਇੰਟ ਦੇ ਅੰਦਰ ਆਪਾਂ ਪੜ੍ਹਾਂਗੇ ਜੀ ਕਿ ਭਾਰਤ ਦੀ ਗੋਲਾਰਧ ਦੇ ਵਿੱਚ ਸਥਿਤੀ ਕੀ ਹੈ। ਜੋ ਧਰਤੀ ਦੇ ਉੱਪਰ ਗੋਲਾਰਧ ਮੌਜੂਦ ਨੇ ਜੀ, ਭਾਰਤ ਕਿਸ ਗੋਲਾਰਧ ਦੇ ਵਿੱਚ ਹੈ, ਕਿੱਥੇ ਉਸ ਦੀ ਸਥਿਤੀ ਹੈ, ਇਸ ਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ। ਅਤੇ ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਭਾਰਤ ਦਾ ਦੇਸ਼ਾਂਤਰ ਅਤੇ ਜੋ ਅਕਸ਼ਾਂਸ਼ੀ ਵਿਸਤਾਰ ਹੈ ਉਹ ਕੀ ਹੈ, ਯਾਨੀ ਕਿ ਲੌਂਗੀਟਿਊਡ ਅਤੇ ਲੈਟੀਟਿਊਡ ਜੋ ਇਸ ਦਾ ਵਿਸਤਾਰ ਹੈ ਉਹ ਕਿੰਨੇ ਡਿਗਰੀ ਤੱਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲੇ ਪੁਆਇੰਟ ਦੇ ਵਿੱਚ ਪੜ੍ਹਾਂਗੇ ਅਤੇ ਸਮਝਾਂਗੇ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਭਾਰਤ ਦਾ ਆਕਾਰ। ਇਸ ਦੇ ਅੰਦਰ ਆਪਾਂ ਪੜ੍ਹਾਂਗੇ ਜੀ ਭਾਰਤ ਦਾ ਖੇਤਰਫਲ ਕਿੰਨਾ ਹੈ, ਭਾਰਤ ਕਿੰਨੇ ਖੇਤਰਫਲ ਦੇ ਵਿੱਚ ਫੈਲਿਆ ਹੋਇਆ ਹੈ। ਇਹ ਸਭ ਨੂੰ ਜਾਣਨ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਭਾਰਤ ਦਾ ਜੋ ਸਥਲੀ ਅਤੇ ਜੋ ਤਟਵਰਤੀ ਸੀਮਾ ਖੇਤਰ ਹੈ ਜੀ ਇਹ ਕਿੰਨਾ ਹੈ, ਇਹ ਕਿੰਨੇ ਏਰੀਏ ਦੇ ਵਿੱਚ ਫੈਲਿਆ ਹੋਇਆ ਹੈ, ਇਸ ਦੀ ਕਿੰਨੀ ਲੰਬਾਈ ਹੈ, ਸਭ ਚੀਜ਼ਾਂ ਨੂੰ ਆਪਾਂ ਇਸ ਪੁਆਇੰਟ ਦੇ ਵਿੱਚ ਸਮਝਾਂਗੇ। ਅਤੇ ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਕਿ ਜੋ ਭਾਰਤ ਦਾ ਸਟੈਂਡਰਡ ਟਾਈਮ ਦੇਸ਼ਾਂਤਰ ਹੈ ਇਹ ਕਿੰਨਾ ਹੈ, ਯਾਨੀ ਕਿ ਜੋ ਭਾਰਤ ਦਾ ਪ੍ਰਮਾਣਿਕ ਦੇਸ਼ਾਂਤਰ ਮੰਨਿਆ ਜਾਂਦਾ ਹੈ ਜੀ, ਜਿਸ ਦੇ ਹਿਸਾਬ ਨਾਲ ਆਪਾਂ ਪੂਰੇ ਭਾਰਤ ਦੇ ਵਿੱਚ ਇੱਕ ਟਾਈਮ ਨੂੰ ਨਿਰਧਾਰਿਤ ਕਰਦੇ ਹਾਂ, ਉਹ ਕਿੰਨੇ ਡਿਗਰੀ ਦੇਸ਼ਾਂਤਰ ਹੈ ਅਤੇ ਉਹ ਕਿਉਂ ਰੱਖਿਆ ਗਿਆ, ਇਹ ਸਭ ਚੀਜ਼ਾਂ ਨੂੰ ਆਪਾਂ ਇਸ ਪੁਆਇੰਟ ਦੇ ਵਿੱਚ ਸਮਝਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਭਾਰਤ ਅਤੇ ਵਿਸ਼ਵ ਦੇ ਸੰਬੰਧ। ਇਸ ਪੁਆਇੰਟ ਦੇ ਵਿੱਚ ਆਪਾਂ ਦੇਖਾਂਗੇ ਜੀ ਕਿ ਜੋ ਭਾਰਤ ਦੇਸ਼ ਆ ਇਸ ਦਾ ਬਾਕੀ ਵੱਖ-ਵੱਖ ਜੋ ਮਹਾਦੀਪ ਹੈ ਜੀ, ਜੋ ਕੰਟੀਨੈਂਟਸ ਨੇ, ਜੋ ਦੇਸ਼ ਨੇ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਨੇ, ਕਿਵੇਂ ਉਹਨਾਂ ਦੇ ਨਾਲ ਵਪਾਰ ਹੁੰਦਾ ਹੈ, ਕਿਹੜੇ ਸਮੁੰਦਰੀ ਰਸਤੇ ਨੇ, ਕਿਹੜੇ ਹਵਾਈ ਰਸਤੇ ਨੇ ਜੋ ਭਾਰਤ ਦੇ ਨਾਲ ਬਾਕੀ ਦੇਸ਼ਾਂ ਦਾ ਅਤੇ ਬਾਕੀ ਜੋ ਮਹਾਦੀਪ ਉਹਨਾਂ ਨਾਲ ਕੰਟੈਕਟ ਕਰਦੇ ਨੇ। ਇਹਨਾਂ ਸਭ ਪੁਆਇੰਟਸ ਨੂੰ ਆਪਾਂ ਇਸ ਦੇ ਵਿੱਚ ਆਪਾਂ ਸਮਝਾਂਗੇ ਅਤੇ ਪੜ੍ਹਾਂਗੇ। ਅਤੇ ਅੰਤ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਭਾਰਤ ਅਤੇ ਇਸ ਦੇ ਜੋ ਗੁਆਂਢੀ ਦੇਸ਼ ਨੇ, ਭਾਰਤ ਅਤੇ ਜੋ ਇਸ ਦੇ ਨੇਬਰ ਕੰਟਰੀਜ਼ ਨੇ ਉਹ ਕਿਹੜੇ ਨੇ, ਉਹ ਕਿੱਥੇ ਸਥਿਤ ਨੇ, ਕਿਸ ਸਾਈਡ 'ਤੇ ਨੇ, ਇਹ ਸਭ ਚੀਜ਼ਾਂ ਨੂੰ ਆਪਾਂ ਲਾਸਟ ਪੁਆਇੰਟ ਦੇ ਵਿੱਚ ਡਿਸਕਸ ਕਰਾਂਗੇ। ਅੱਜ ਦਾ ਜੋ ਆਪਣਾ ਇਹ ਚੈਪਟਰ ਹੋਣ ਵਾਲਾ ਹੈ ਜੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇਹ ਇੰਪੋਰਟੈਂਟ ਹੈ, ਇਸ ਲਈ ਜੀ ਤੁਸੀਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਦੇਖਣਾ ਹੈ। ਅਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੈ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਭਾਰਤ ਦੇਸ਼ ਦੀ ਸਥਿਤੀ ਬਾਰੇ। ਜੋ ਆਪਣਾ ਦੇਸ਼ ਭਾਰਤ ਹੈ ਜੀ ਇਹ ਧਰਤੀ ਦੇ ਉੱਪਰ ਉੱਤਰੀ ਗੋਲਾਰਧ ਦੇ ਵਿੱਚ ਸਥਿਤ ਹੈ, ਜਿਸ ਨੂੰ ਆਪਾਂ ਨਾਰਦਰਨ ਹੈਮਸਫੇਅਰ ਦੇ ਨਾਮ ਨਾਲ ਵੀ ਜਾਣਦੇ ਹਾਂ। ਜਿਸ ਤਰ੍ਹਾਂ ਤੁਸੀਂ ਜੀ ਆ ਮੈਪ ਦੇ ਵਿੱਚ ਵੀ ਦੇਖ ਰਹੇ ਹੋ ਕਿ ਜੋ ਇਹ ਭੂ-ਮੱਧ ਰੇਖਾ ਜੀ, ਜਿਸ ਨੂੰ ਇੱਥੇ ਦਾਣੇਦਾਰ ਰੇਖਾ ਦੇ ਨਾਲ ਦਿਖਾਇਆ ਗਿਆ ਹੈ, ਇਹ ਜੋ ਭੂ-ਮੱਧ ਰੇਖਾ ਹੈ ਜੀ ਇਹ ਧਰਤੀ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ। ਜੋ ਧਰਤੀ ਦਾ ਉੱਪਰ ਵਾਲਾ ਹਿੱਸਾ ਹੈ ਜੀ ਉਸ ਨੂੰ ਕਿਹਾ ਜਾਂਦਾ ਹੈ ਉੱਤਰੀ ਗੋਲਾਰਧ, ਅਤੇ ਜੋ ਨੀਚੇ ਵਾਲਾ ਹਿੱਸਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਦੱਖਣੀ ਗੋਲਾਰਧ। ਜੋ ਉੱਤਰੀ ਗੋਲਾਰਧ ਹੈ ਜੀ ਇਸ ਦੇ ਵਿੱਚ ਏਸ਼ੀਆ ਮਹਾਦੀਪ ਹੈ ਅਤੇ ਏਸ਼ੀਆ ਮਹਾਦੀਪ ਦੇ ਵਿੱਚ ਆਪਣਾ ਦੇਸ਼ ਭਾਰਤ ਹੈ। ਜਿਵੇਂ ਕਿ ਤੁਸੀਂ ਇਹ ਮੈਪ ਦੇ ਵਿੱਚ ਦੇਖ ਰਹੇ ਹੋ ਕਿ ਭੂ-ਮੱਧ ਰੇਖਾ ਤੋਂ ਉੱਪਰ ਵਾਲੀ ਸਾਈਡ ਆਪਣਾ ਦੇਸ਼ ਭਾਰਤ ਆ ਜਾਂਦਾ ਹੈ, ਇਸ ਲਈ ਜੀ ਇਹ ਭਾਰਤ ਉੱਤਰੀ ਗੋਲਾਰਧ ਦੇ ਵਿੱਚ ਸਥਿਤ ਹੈ। ਜੋ ਉੱਤਰੀ ਗੋਲਾਰਧ ਹੈ ਜੀ ਇਸ ਨੂੰ ਨਾਰਦਰਨ ਹੈਮਸਫੇਅਰ ਕਿਹਾ ਜਾਂਦਾ ਹੈ, ਅਤੇ ਜੋ ਦੱਖਣੀ ਗੋਲਾਰਧ ਹੈ ਇਸ ਨੂੰ ਸਾਊਦਰਨ ਹੈਮਸਫੇਅਰ ਕਿਹਾ ਜਾਂਦਾ ਹੈ। ਜੋ ਭਾਰਤ ਦੇਸ਼ ਹੈ ਜੀ ਇਹ ਖੇਤਰਫਲ ਦੇ ਇਹ ਰੂਪ ਤੋਂ ਦੁਨੀਆ ਦਾ ਜੋ 7ਵਾਂ ਸਭ ਤੋਂ ਵੱਡਾ ਦੇਸ਼ ਹੈ। ਜੇਕਰ ਆਪਾਂ ਦੁਨੀਆ ਦੇ ਜੀ ਸਭ ਤੋਂ ਵੱਡੇ ਦੇਸ਼ਾਂ ਨੂੰ ਖੇਤਰਫਲ ਦੇ ਪੱਖ ਤੋਂ ਗਿਣਨ ਲੱਗ ਜਾਈਏ ਤਾਂ ਜੋ ਭਾਰਤ ਦੇਸ਼ ਹੈ ਜੀ ਇਹ 7ਵੇਂ ਨੰਬਰ 'ਤੇ ਆਉਂਦਾ ਹੈ। ਇੰਨੀ ਵੱਡੀ ਜੋ ਕੰਟਰੀ ਹੈ ਜੀ ਆਪਣਾ ਦੇਸ਼ ਇੰਨੇ ਵੱਡੇ ਖੇਤਰ ਦੇ ਵਿੱਚ ਇਹ ਫੈਲਿਆ ਹੋਇਆ ਹੈ। ਭਾਰਤ ਦੇਸ਼ ਕਿਸ ਗੋਲਾਰਧ ਵਿੱਚ ਸਥਿਤ ਹੈ ਜੀ, ਇਸ ਨੂੰ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੋ ਭਾਰਤ ਦੇਸ਼ ਹੈ ਇਸ ਦਾ ਲੈਟੀਟਿਊਡ ਅਤੇ ਜੋ ਲੌਂਗੀਟਿਊਡ ਹੈ ਜੀ ਇਸ ਦਾ ਵਿਸਤਾਰ ਕਿੰਨਾ ਹੈ।
ਪਰ ਉਸ ਤੋਂ ਪਹਿਲਾਂ ਜੀ ਆਪਾਂ ਜੋ ਲੈਟੀਟਿਊਡ ਅਤੇ ਲੌਂਗੀਟਿਊਡ ਦੇ ਬਾਰੇ ਤੁਹਾਨੂੰ ਕਨਫਿਊਜ਼ਨ ਹੈ ਜੀ ਇਸੇ ਨੂੰ ਹੀ ਦੂਰ ਕਰ ਦਿੰਦੇ ਹਾਂ, ਕਿਉਂਕਿ ਬਹੁਤ ਸਾਰੇ ਸਟੂਡੈਂਟ ਇਸ ਦੇ ਵਿੱਚ ਉਲਝ ਜਾਂਦੇ ਨੇ ਕਿ ਅਕਸ਼ਾਂਸ਼ ਕਿਹੜੇ ਹੁੰਦੇ ਨੇ, ਦੇਸ਼ਾਂਤਰ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਜੀ ਆਪਾਂ ਇਸੇ ਕਨਫਿਊਜ਼ਨ ਨੂੰ ਦੂਰ ਕਰਦੇ ਹਾਂ, ਫਿਰ ਆਪਾਂ ਪੜ੍ਹਾਂਗੇ ਜੀ ਕਿ ਕਿੰਨੇ ਡਿਗਰੀ ਤੋਂ ਕਿੰਨੇ ਡਿਗਰੀ ਦੇ ਤੱਕ ਜੋ ਭਾਰਤ ਦੇਸ਼ ਹੈ ਇਸ ਦਾ ਵਿਸਤਾਰ ਹੈ। ਸਭ ਤੋਂ ਪਹਿਲਾਂ ਜੀ ਤੁਸੀਂ ਇਸ ਇਮੇਜ ਨੂੰ ਧਿਆਨ ਨਾਲ ਦੇਖੋ। ਇਸ ਦੇ ਵਿੱਚ ਜੋ ਪਹਿਲਾ ਗਲੋਬ ਦਿਖਾਇਆ ਗਿਆ ਜੀ, ਜੋ ਪਹਿਲੇ ਇੱਕ ਧਰਤੀ ਦਿਖਾਈ ਗਈ ਹੈ, ਇਸ ਦੇ ਵਿੱਚ ਦਿਖਾਇਆ ਗਿਆ ਜੀ ਲੈਟੀਟਿਊਡ ਨੂੰ। ਜੋ ਲੈਟੀਟਿਊਡ ਹੈ ਜੀ ਇਹ ਲੇਟਵੇਂ ਲੋਟ ਲਾਈਨਾਂ ਹੁੰਦੀਆਂ ਜਿਸ ਨੂੰ ਆਪਾਂ ਅਕਸ਼ਾਂਸ਼ ਕਹਿੰਦੇ ਹਾਂ। ਜੋ ਅਕਸ਼ਾਂਸ਼ ਹੈ ਜੀ ਇਸ ਨੂੰ ਇੰਗਲਿਸ਼ ਦੇ ਵਿੱਚ ਲੈਟੀਟਿਊਡ ਬੋਲਿਆ ਜਾਂਦਾ ਹੈ। ਵੈਸੇ ਤੁਸੀਂ ਇਸ ਦਾ ਇੰਗਲਿਸ਼ ਨਾਮ ਹੀ ਯਾਦ ਰੱਖੋ, ਸਭ ਤੋਂ ਵਧੀਆ ਰਹਿੰਦਾ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਇਕੁਏਟਰ ਆ ਜਿਸ ਨੂੰ ਆਪਾਂ ਭੂ ਮੱਧ ਰੇਖਾ ਕਹਿੰਦੇ ਹਾਂ, ਜੋ ਤੁਸੀਂ ਇਹ ਦਿਖਾਈ ਗਈ ਹੈ ਜੀ ਰੈੱਡ ਦੇ ਨਾਲ, ਇਸ ਵੱਲ ਧਿਆਨ ਲਗਾਓ, ਇਹ ਹੁੰਦੀ ਹੈ ਜੀ 0 ਡਿਗਰੀ। ਅਤੇ ਇਸ ਦੇ ਉੱਪਰਲੇ ਭਾਗ ਨੂੰ ਜੀ ਉੱਤਰੀ ਗੋਲਾਰਧ ਕਿਹਾ ਜਾਂਦਾ ਹੈ, ਨੀਚੇ ਵਾਲੇ ਨੂੰ ਦੱਖਣੀ ਗੋਲਾਰਧ, ਜੋ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਇਸ ਦੇ ਵਿੱਚ ਜੀ ਜਿਵੇਂ 0 ਡਿਗਰੀ ਤੋਂ ਉੱਪਰ ਵੱਲ ਨੂੰ ਵੱਧਦੇ ਹਾਂ ਜਾਂ ਆਪਾਂ ਨੀਚੇ ਵੱਲ ਨੂੰ ਵੱਧਦੇ ਹਾਂ, ਉੱਦਾਂ ਜੋ ਅਕਸ਼ਾਂਸ਼ ਹੈ ਜੀ ਇਹਨਾਂ ਦੀ ਡਿਗਰੀ ਵੱਧਦੀ ਹੈ। ਜਿੰਨਾ ਜੋ ਭੂ ਮੱਧ ਦੇ ਰੇਖਾ ਦੇ ਨੀਚੇ ਹੋਏਗਾ, ਨਾਲ ਹੋਏਗਾ, ਬਿਲਕੁਲ ਕਲੋਜ਼ ਹੋਏਗਾ, ਉਸ ਦੀ ਜੋ ਡਿਗਰੀ ਹੈ ਜੀ ਉਹ ਘੱਟ ਹੋਏਗੀ। ਜਿਵੇਂ 10 ਡਿਗਰੀ 20 ਡਿਗਰੀ ਹੋਏਗਾ। ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਜੀ, ਆਪਾਂ ਦੋਨੋਂ ਸਾਈਡ ਤੋਂ ਜਾਂਦੇ ਹਾਂ ਧਰੁਵਾਂ ਵੱਲ ਨੂੰ, ਚਾਹੇ ਨੀਚੇ ਵੱਲ ਚਾਹੇ ਉੱਪਰ ਵੱਲ, ਤਾਂ ਉਵੇਂ ਉਵੇਂ ਜੋ ਡਿਗਰੀ ਅਕਸ਼ਾਂਸ਼ ਹੈ ਜੀ ਉਹ ਵੱਧਦੇ ਜਾਂਦੇ ਨੇ। ਇਹ ਹੁੰਦੇ ਆ ਲੈਟੀਟਿਊਡ, ਜਾਂ ਜਿਸ ਨੂੰ ਆਪਾਂ ਅਕਸ਼ਾਂਸ਼ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਨੂੰ ਸਮਝਿਆ। ਲੈਟੀਟਿਊਡ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਲੌਂਗੀਟਿਊਡ ਕੀ ਹੁੰਦਾ ਹੈ। ਜੋ ਧਰਤੀ ਦੇ ਉੱਪਰ ਜੀ ਉੱਪਰ ਤੋਂ ਨੀਚੇ ਵੱਲ ਨੂੰ ਲਾਈਨਾਂ, ਯਾਨੀ ਕਿ ਉੱਤਰ ਦਿਸ਼ਾ ਤੋਂ ਦੱਖਣ ਦਿਸ਼ਾ ਵੱਲ ਨੂੰ ਜੋ ਕਾਲਪਨਿਕ ਲਾਈਨਾਂ ਖਿੱਚੀਆਂ ਜਾਂਦੀਆਂ ਨੇ, ਜਿਵੇਂ ਕਿ ਤੁਸੀਂ ਆ ਦੂਸਰੇ ਗਲੋਬ ਦੇ ਵਿੱਚ ਦੇਖ ਰਹੇ ਹੋ, ਇਸ ਨੂੰ ਕਿਹਾ ਜਾਂਦਾ ਹੈ ਜੀ ਦੇਸ਼ਾਂਤਰ, ਜਿਸ ਨੂੰ ਆਪਾਂ ਲੌਂਗੀਟਿਊਡ ਬੋਲਦੇ ਹਾਂ। ਇਹ ਜੀ ਮੇਜਰ ਡਿਫਰੈਂਸ ਆ ਜਾਂਦਾ ਹੈ ਲੈਟੀਟਿਊਡ ਅਤੇ ਲੌਂਗੀਟਿਊਡ ਦੇ ਵਿੱਚ। ਇੰਨਾ ਕੁ ਤਾਂ ਤੁਸੀਂ ਸਮਝ ਲਿਆ ਹੋਣਾ। ਇੱਥੇ ਹੋਰ ਜੀ ਇੱਕ ਬਹੁਤ ਹੀ ਜ਼ਰੂਰੀ ਪੁਆਇੰਟ ਆ ਜਾਂਦਾ ਜਿਸ ਨੂੰ ਤੁਸੀਂ ਯਾਦ ਰੱਖਣਾ ਹੈ, ਜਿਸ ਦੇ ਵਿੱਚ ਜੀ ਇਹ ਦੂਸਰਾ ਮੈਪ ਦਿਖਾਇਆ ਗਿਆ, ਜਿਸ ਦੇ ਵਿੱਚ ਆਪਾਂ ਲੌਂਗੀਟਿਊਡ ਨੂੰ ਦਰਸਾਇਆ ਹੈ। ਇਸ ਦੇ ਵਿੱਚ ਜੀ ਇੱਕ ਰੈੱਡ ਲਾਈਨ ਦਿਖਾਈ ਗਈ ਹੈ ਜਿਸ ਨੂੰ ਪ੍ਰਾਈਮ ਮੈਰੀਡੀਅਨ ਲਿਖਿਆ ਗਿਆ ਜੀ। ਇਹ ਜੋ ਪ੍ਰਾਈਮ ਮੈਰੀਡੀਅਨ ਹੈ ਜੀ, ਇਸ ਨੂੰ ਪ੍ਰਮਾਣਿਕ ਮੱਧਮਾਨ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ। ਇਸ ਨੂੰ ਬੋਲਿਆ ਜਾਂਦਾ ਹੈ ਜੀ 0 ਡਿਗਰੀ ਦੇਸ਼ਾਂਤਰ। ਜਿਸ ਤਰ੍ਹਾਂ ਜੋ ਇਕੁਏਟਰ ਆ ਜੀ, ਜੋ ਭੂ ਮੱਧ ਰੇਖਾ, ਉਸ ਨੂੰ 0 ਡਿਗਰੀ ਅਕਸ਼ਾਂਸ਼ ਲਿਖਿਆ ਜਾਂਦਾ ਹੈ, ਉਹ ਧਰਤੀ ਨੂੰ 2 ਭਾਗਾਂ ਦੇ ਵਿੱਚ ਵੰਡਦੀ ਹੈ। ਉਸੇ ਤਰ੍ਹਾਂ ਜੋ ਇਹ ਪ੍ਰਾਈਮ ਮੈਰੀਡੀਅਨ ਆ ਜੀ, ਇਹ ਵੀ ਧਰਤੀ ਨੂੰ 2 ਭਾਗਾਂ ਦੇ ਵਿੱਚ ਵੰਡ ਦਿੰਦੀ ਹੈ। ਇਹ ਧਰਤੀ ਨੂੰ ਜੀ ਪੂਰਬੀ ਅਤੇ ਪੱਛਮੀ ਭਾਗ ਦੇ ਵਿੱਚ ਵੰਡ ਦਿੰਦੀ ਹੈ। ਠੀਕ ਹੈ ਜੀ। ਜੋ ਪ੍ਰਾਈਮ ਮੈਰੀਡੀਅਨ ਆ ਇਸ ਨੂੰ 0 ਡਿਗਰੀ ਦੇਸ਼ਾਂਤਰ ਆਪਾਂ ਮੰਨਦੇ ਹਾਂ। ਇਸ ਤੋਂ ਹੀ ਦੋਨੋਂ ਸਾਈਡ ਜੀ ਦੇਸ਼ਾਂਤਰ, ਜਿਵੇਂ ਭੂ ਮੱਧ ਰੇਖਾ ਤੋਂ ਉੱਪਰ ਨੀਚੇ ਵੱਲ ਵੱਧਦੇ ਜਾਂਦੇ ਨੇ, ਦੇਸ਼ਾਂਤਰ ਦੀ ਡਿਗਰੀ ਵੱਧਦੀ ਹੈ। ਉਸੇ ਤਰ੍ਹਾਂ ਜੋ ਪ੍ਰਾਈਮ ਮੈਰੀਡੀਅਨ ਹੈ ਜੀ, ਇਸ ਤੋਂ ਸੱਜੇ ਜਾਂ ਖੱਬੇ ਪਾਸੇ ਵੱਧਦੇ ਹੋਏ ਜੋ ਦੇਸ਼ਾਂਤਰ ਡਿਗਰੀ ਹੈ ਜੀ, ਉਸ ਦੇ ਵਿੱਚ ਵੀ ਵਾਧਾ ਹੁੰਦਾ ਹੈ। ਜੇਕਰ ਇਸ ਦੇ ਬਾਰੇ ਜੀ ਲੈਟੀਟਿਊਡ ਜਾਂ ਲੌਂਗੀਟਿਊਡ ਦੇ ਬਾਰੇ ਤੁਸੀਂ ਹੋਰ ਵੀ ਜ਼ਿਆਦਾ ਡਿਟੇਲ ਦੇ ਨਾਲ ਪੜ੍ਹਨਾ ਚਾਹੁੰਦੇ ਹੋ, ਤਾਂ ਆਪਾਂ 6th ਕਲਾਸ ਦਾ ਜੀ ਇੱਕ ਚੈਪਟਰ ਪੜ੍ਹਿਆ ਸੀ ਜਿਸ ਦਾ ਨਾਮ ਸੀ ਗਲੋਬ। ਉਹ ਵੀਡੀਓ ਦੇ ਵਿੱਚ ਜੀ ਆਪਾਂ ਲੈਟੀਟਿਊਡ, ਲੌਂਗੀਟਿਊਡ ਅਤੇ ਹੋਰ ਵੀ ਬਹੁਤ ਸਾਰੀਆਂ ਜੋ ਚੀਜ਼ਾਂ ਸੀ ਉਹਨਾਂ ਨੂੰ ਬਹੁਤ ਡਿਟੇਲ ਦੇ ਨਾਲ ਡਿਸਕਸ ਕੀਤਾ। ਤੁਸੀਂ ਉਹ ਵੀਡੀਓ ਨੂੰ ਦੇਖ ਲਓ ਤਾਂ ਕਿ ਤੁਹਾਡੇ ਆਉਣ ਵਾਲੇ ਜੋ ਕਨਸੈਪਟ ਆ ਉਹ ਵਧੀਆ ਤਰੀਕੇ ਸਮਝ ਆ ਜਾਣ। ਇੱਥੇ ਆਪਾਂ ਸਿਰਫ ਇਹ ਦੇਖਿਆ ਜੀ ਕਿ ਲੈਟੀਟਿਊਡ ਅਤੇ ਲੌਂਗੀਟਿਊਡ ਦੇ ਵਿੱਚ ਡਿਫਰੈਂਸ ਕੀ ਹੁੰਦਾ। ਜੋ ਲੇਟਵੀਆਂ ਲਾਈਨਾਂ ਉਹ ਲੈਟੀਟਿਊਡ ਆ, ਅਕਸ਼ਾਂਸ਼ ਆ ਯਾਨੀ ਕਿ, ਅਤੇ ਜੋ ਖੜਵੀਆਂ ਲਾਈਨਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਲੌਂਗੀਟਿਊਡ, ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਦੇਸ਼ਾਂਤਰ ਬੋਲਦੇ ਹਾਂ। ਸਿਰਫ ਆਪਾਂ ਇੱਥੇ ਇਸ ਚੀਜ਼ ਨੂੰ ਸਮਝਿਆ। ਹੁਣ ਆਪਾਂ ਵੇਖਦੇ ਹਾਂ ਜੀ ਕਿ ਭਾਰਤ ਦੇਸ਼ ਦਾ ਜੋ ਵਿਸਤਾਰ ਆ ਉਹ ਲੈਟੀਟਿਊਡ 'ਤੇ ਕਿੰਨਾ ਹੈ ਅਤੇ ਲੌਂਗੀਟਿਊਡ 'ਤੇ ਕਿੰਨੇ ਤੋਂ ਕਿੰਨੇ ਡਿਗਰੀ ਤੱਕ ਹੈ। ਜੇਕਰ ਹੁਣ ਆਪਾਂ ਗੱਲ ਕਰੀਏ ਜੀ ਕਿ ਭਾਰਤ ਦਾ ਜੋ ਲੈਟੀਟਿਊਡ ਹੈ ਇਸ ਦਾ ਵਿਸਤਾਰ ਕਿੰਨੇ ਤੋਂ ਕਿੰਨੇ ਡਿਗਰੀ ਤੱਕ ਹੈ, ਅਤੇ ਇਹ ਆ ਜਾਂਦਾ ਹੈ ਜੀ ਭੂ ਮੱਧ ਰੇਖਾ ਤੋਂ ਉੱਪਰ ਵੱਲ ਨੂੰ ਚੱਲਦਾ ਹੈ ਜੀ। ਇਹ ਹੁੰਦਾ ਹੈ ਜੀ 8.4 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਲੈ ਕੇ 37.6 ਡਿਗਰੀ ਉੱਤਰੀ ਅਕਸ਼ਾਂਸ਼ ਤੱਕ, ਯਾਨੀ ਕਿ ਭੂ ਮੱਧ ਰੇਖਾ ਦੇ ਨਜ਼ਦੀਕ ਤੋਂ 8 ਡਿਗਰੀ ਹੁੰਦਾ ਹੈ ਜੀ। ਅਤੇ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਂਦੇ ਹਾਂ, ਉੱਤਰੀ ਆਪਾਂ ਧਰੁਵ ਵੱਲ ਜਾਂਦੇ ਹਾਂ, ਉੱਦਾਂ ਜੋ ਡਿਗਰੀ ਨੇ ਉਹ ਵੱਧਦੇ ਨੇ। ਇਸ ਨੂੰ ਆਪਾਂ ਜੀ ਭੂ ਮੱਧ ਰੇਖਾ ਤੋਂ ਉੱਪਰ ਵੱਲ ਨੂੰ ਮੈਜ਼ਰ ਕਰਦੇ ਹਾਂ, ਜੋ ਲੈਟੀਟਿਊਡ ਹੁੰਦਾ ਹੈ। ਇਸ ਦਾ ਵਿਸਤਾਰ ਹੈ ਜੀ 8.4 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਲੈ ਕੇ 37.6 ਡਿਗਰੀ ਉੱਤਰੀ ਅਕਸ਼ਾਂਸ਼ ਤੱਕ। ਹੁਣ ਆਪਾਂ ਵੇਖਦੇ ਹਾਂ ਜੀ ਕਿ ਭਾਰਤ ਦੇਸ਼ ਦਾ ਜੋ ਦੇਸ਼ਾਂਤਰੀ ਵਿਸਤਾਰ ਜਾਂ ਜਿਸ ਨੂੰ ਲੌਂਗੀਟਿਊਡ ਕਿਹਾ ਜਾਂਦਾ ਹੈ ਜੀ, ਇਹ ਕਿੰਨੇ ਤੋਂ ਕਿੰਨੇ ਡਿਗਰੀ ਤੱਕ ਹੈ। ਜੋ ਭਾਰਤ ਦਾ ਦੇਸ਼ਾਂਤਰੀ ਵਿਸਤਾਰ ਹੈ ਜੀ, ਇਸ ਨੂੰ ਆਪਾਂ ਖੱਬੇ ਹੱਥ ਤੋਂ ਜੀ ਸੱਜੇ ਹੱਥ ਵੱਲ ਮਾਪਦੇ ਹਾਂ, ਯਾਨੀ ਕਿ ਇਸ ਨੂੰ ਆਪਾਂ ਪੱਛਮ ਦਿਸ਼ਾ ਤੋਂ ਪੂਰਬ ਦਿਸ਼ਾ ਵੱਲ ਮਾਪਦੇ ਹਾਂ। ਇਹ ਆ ਜਾਂਦਾ ਹੈ ਜੀ 68.7 ਡਿਗਰੀ ਦੇਸ਼ਾਂਤਰ ਤੋਂ ਲੈ ਕੇ 97.25 ਡਿਗਰੀ ਦੇਸ਼ਾਂਤਰ ਤੱਕ। ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਭੂ ਮੱਧ ਰੇਖਾ ਨੂੰ ਦੇਖਿਆ ਕਿ ਜੋ ਭੂ ਮੱਧ ਰੇਖਾ ਉਸਨੇ ਧਰਤੀ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡ ਦਿੱਤਾ। ਉੱਪਰ ਵਾਲੇ ਭਾਗ ਨੂੰ ਉੱਤਰੀ ਗੋਲਾਰਧ ਅਤੇ ਨੀਚੇ ਵਾਲੇ ਨੂੰ ਦੱਖਣੀ ਗੋਲਾਰਧ ਕਿਹਾ ਗਿਆ। ਇਸ ਲਈ ਜੋ ਆਪਣਾ ਭਾਰਤ ਦੇਸ਼ ਹੈ ਜੀ ਉੱਤਰੀ ਗੋਲਾਰਧ ਦੇ ਵਿੱਚ ਸਥਿਤ ਸੀ, ਇਸ ਲਈ ਆਪਾਂ ਭੂ ਮੱਧ ਰੇਖਾ ਤੋਂ ਨੀਚੇ ਤੋਂ ਉੱਪਰ ਵੱਲ ਨੂੰ ਇਸ ਦੀ ਮੈਜ਼ਰਮੈਂਟ ਕੀਤੀ ਹੈ। ਇਸ ਲਈ ਜੋ ਆਪਾਂ ਭਾਰਤ ਦੇਸ਼ ਦਾ ਅਕਸ਼ਾਂਸ਼ੀ ਵਿਸਤਾਰ ਹੈ ਜੀ, ਇਸ ਨੂੰ ਆਪਾਂ ਨੀਚੇ ਤੋਂ ਉੱਪਰ ਵੱਲ ਨੂੰ ਮੈਜ਼ਰ ਕੀਤਾ ਸੀ। ਠੀਕ ਹੈ ਜੀ। ਜੋ ਆਪਣਾ ਪ੍ਰਾਈਮ ਮੈਰੀਡੀਅਨ ਹੈ ਜੀ, ਜਿਸ ਨੂੰ 0 ਡਿਗਰੀ ਦੇਸ਼ਾਂਤਰ ਕਿਹਾ ਜਾਂਦਾ ਹੈ, ਇਹ ਵੀ ਭੂ ਮੱਧ ਰੇਖਾ ਵਾਂਗੂ ਜੀ ਧਰਤੀ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡ ਦਿੰਦੀ ਹੈ। ਇੱਕ ਭਾਗ ਨੂੰ ਜੀ ਆਪਾਂ ਪੱਛਮੀ ਭਾਗ ਕਹਿੰਦੇ ਹਾਂ ਜੀ, ਦੂਸਰੇ ਭਾਗ ਨੂੰ ਆਪਾਂ ਪੂਰਬੀ ਭਾਗ ਕਹਿੰਦੇ ਹਾਂ। ਅਤੇ ਜੋ ਆਪਣਾ ਭਾਰਤ ਦੇਸ਼ ਆ ਜੀ, ਇਹ ਪ੍ਰਾਈਮ ਮੈਰੀਡੀਅਨ ਦੇ ਜੀ ਪੂਰਬੀ ਗੋਲਾਰਧ ਦੇ ਵਿੱਚ ਸਥਿਤ ਹੈ।
ਇਸੇ ਲਈ ਜੋ ਆਪਾਂ ਇਸ ਦੀ ਮੈਜ਼ਰਮੈਂਟ ਕਰਦੇ ਹਾਂ ਜੀ, ਇਹ ਆਪਾਂ ਖੱਬੇ ਹੱਥ ਤੋਂ ਸੱਜੇ ਹੱਥ ਵੱਲ ਕਰਦੇ ਹਾਂ, ਯਾਨੀ ਕਿ ਇਸ ਨੂੰ ਆਪਾਂ ਪੱਛਮ ਦਿਸ਼ਾ ਤੋਂ ਸ਼ੁਰੂ ਕਰਕੇ ਪੂਰਬ ਦਿਸ਼ਾ ਵੱਲ ਇਸ ਨੂੰ ਅੱਗੇ ਵੱਲ ਵਧਾਉਂਦੇ ਹਾਂ, ਜੋ 68.7 ਡਿਗਰੀ ਤੋਂ ਲੈ ਕੇ ਜੀ 97.25 ਡਿਗਰੀ ਆ ਜਾਂਦਾ ਹੈ। ਠੀਕ ਹੈ ਜੀ, ਇੱਥੇ ਆਪਾਂ ਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ। ਜੇਕਰ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਦੇਸ਼ਾਂਤਰ ਅਤੇ ਅਕਸ਼ਾਂਸ਼ ਨੂੰ ਲੈ ਕੇ, ਤਾਂ ਇਹ ਤੁਸੀਂ ਕਮੈਂਟਸ ਦੇ ਵਿੱਚ ਦੱਸ ਦੇਣਾ ਜੀ, ਇਸ ਨੂੰ ਆਪਾਂ ਹੋਰ ਵੀ ਵਧੀਆ ਤਰੀਕੇ ਡਿਸਕਸ ਕਰ ਲਾਂਗੇ। ਨਹੀਂ ਤਾਂ ਤੁਸੀਂ ਜੀ ਗਲੋਬ ਵੀਡੀਓ ਨੂੰ ਜ਼ਰੂਰ ਦੇਖ ਲੈਣਾ, ਉਸ ਦੇ ਵਿੱਚ ਸਭ ਚੀਜ਼ਾਂ ਨੂੰ ਆਲਰੇਡੀ ਆਪਾਂ ਡਿਸਕਸ ਕੀਤਾ ਹੋਇਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ 23.30 ਡਿਗਰੀ ਹੈ, ਜਾਂ ਜਿਸ ਨੂੰ ਆਪਾਂ 23.5 ਡਿਗਰੀ ਬੋਲ ਦਿੰਦੇ ਹਾਂ ਜੀ, ਇਹ ਜੋ ਉੱਤਰੀ ਅਕਸ਼ਾਂਸ਼ ਹੈ ਜੀ, ਇਹ ਇਸ ਨੂੰ ਕਰਕ ਰੇਖਾ ਕਿਹਾ ਜਾਂਦਾ ਹੈ, ਜਿਸ ਨੂੰ ਆਪਾਂ ਟ੍ਰੋਪਿਕ ਆਫ ਕੈਂਸਰ ਕਹਿੰਦੇ ਹਾਂ। ਅਤੇ ਇਹ ਜੋ ਕਰਕ ਰੇਖਾ ਜੀ, ਇਹ ਭਾਰਤ ਨੂੰ ਲਗਭਗ 2 ਬਰਾਬਰ ਭਾਗਾਂ ਦੇ ਵਿੱਚੋਂ ਵੰਡ ਦਿੰਦੀ ਹੈ। ਇਹ ਜੋ 23.5 ਡਿਗਰੀ ਉੱਤਰੀ ਅਕਸ਼ਾਂਸ਼ ਹੈ ਜੀ, ਯਾਨੀ ਕਿ ਜੋ ਕਰਕ ਰੇਖਾ, ਇਹ ਭਾਰਤ ਦੇ ਜੀ 8 ਰਾਜਾਂ ਦੇ ਵਿੱਚੋਂ ਗੁਜ਼ਰਦੀ ਹੈ, ਜਿਸ ਨੂੰ ਤੁਸੀਂ ਇਹ ਮੈਪ ਦੇ ਵਿੱਚ ਦੇਖ ਸਕਦੇ ਹੋ। ਇੱਥੇ ਤੁਸੀਂ ਦੇਖੋ ਜੀ ਕਿ ਜੋ ਇਹ ਬਲੈਕ ਲਾਈਨ ਦਿਖਾਈ ਗਈ ਹੈ, ਭਾਰਤ ਨੂੰ ਲਗਭਗ 2 ਬਰਾਬਰ ਭਾਗਾਂ ਦੇ ਵਿੱਚ ਵੰਡ ਰਹੀ ਹੈ। ਇਹ ਕਰਕ ਰੇਖਾ ਜੀ ਗੁਜਰਾਤ 'ਚੋਂ ਸਭ ਤੋਂ ਪਹਿਲਾਂ ਲੰਘਦੀ ਹੈ, ਪਹਿਲੇ ਨੰਬਰ 'ਤੇ ਆ ਜਾਂਦਾ ਹੈ ਜੀ ਗੁਜਰਾਤ। ਦੂਜੀ ਜੋ ਸਟੇਟ ਵਿੱਚੋਂ ਲੰਘਦੀ ਹੈ ਜੀ, ਉਹ ਹੈ ਰਾਜਸਥਾਨ। ਤੀਸਰੇ ਨੰਬਰ 'ਤੇ ਆ ਜਾਂਦਾ ਹੈ ਜੀ ਮੱਧ ਪ੍ਰਦੇਸ਼। ਚੌਥੇ ਨੰਬਰ 'ਤੇ ਹੈ ਜੀ ਛੱਤੀਸਗੜ੍ਹ। ਪੰਜਵੇਂ 'ਤੇ ਹੈ ਝਾਰਖੰਡ। ਛੇਵੇਂ 'ਤੇ ਹੈ ਜੀ ਵੈਸਟ ਬੰਗਾਲ। ਸੱਤਵੇਂ 'ਤੇ ਹੈ ਤ੍ਰਿਪੁਰਾ ਅਤੇ 8ਵੇਂ 'ਤੇ ਹੈ ਮਿਜ਼ੋਰਮ। ਇਹ ਜੋ 8 ਰਾਜ ਆ ਜੀ, ਇਹਨਾਂ ਦੇ ਵਿੱਚੋਂ ਜੋ ਇਹ ਕਰਕ ਰੇਖਾ ਇਹ ਨਿਕਲਦੀ ਹੈ। ਇਹ 8 ਰਾਜਾਂ ਦੇ ਨਾਮ ਵੀ ਤੁਸੀਂ ਯਾਦ ਰੱਖ ਲੈਣਾ ਜੀ, ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਕਰਕ ਰੇਖਾ ਕਿਸ ਦੇ ਵਿੱਚੋਂ ਲੰਘਦੀ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ 8 ਸਟੇਟਾਂ ਦੇ ਵਿੱਚੋਂ ਜੋ ਇਹ ਕਰਕ ਰੇਖਾ ਇਹ ਗੁਜ਼ਰਦੀ ਹੈ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਪੜ੍ਹ ਲਿਆ ਹੈ ਜੀ ਕਿ ਭਾਰਤ ਕਿਸ ਗੋਲਾਰਧ ਦੇ ਵਿੱਚ ਸਥਿਤ ਹੈ, ਇਸ ਦਾ ਲੈਟੀਟਿਊਡ ਵਿਸਤਾਰ ਕੀ ਹੈ, ਲੌਂਗੀਟਿਊਡ ਵਿਸਤਾਰ ਕੀ ਹੈ, ਕਰਕ ਰੇਖਾ ਕਿੱਥੋਂ ਗੁਜ਼ਰਦੀ ਹੈ, ਕਿੰਨੀਆਂ ਸਟੇਟਾਂ ਵਿੱਚੋਂ ਗੁਜ਼ਰਦੀ ਹੈ, ਇਹ ਸਭ ਚੀਜ਼ਾਂ ਨੂੰ ਆਪਾਂ ਸਮਝ ਲਿਆ ਅਤੇ ਪੜ੍ਹ ਲਿਆ ਹੈ। ਹੁਣ ਆਪਾਂ ਵੇਖਦੇ ਹਾਂ ਜੀ ਕਿ ਜੋ ਭਾਰਤ ਦੇਸ਼ ਆ, ਇਸ ਦੇ ਦੱਖਣ ਪੂਰਬੀ ਅਤੇ ਦੱਖਣ ਪੱਛਮੀ ਹਿੱਸੇ ਵਾਲੀ ਸਾਈਡ ਕੀ ਰਹਿ ਜਾਂਦਾ ਹੈ, ਕੀ ਸਥਿਤ ਹੈ। ਜੋ ਦੱਖਣ ਪੂਰਬੀ ਹਿੱਸਾ ਹੈ ਜਿਸ ਨੂੰ ਆਪਾਂ ਰਾਈਟ ਹੈਂਡ ਸਾਈਡ ਮੰਨ ਸਕਦੇ ਹਾਂ, ਨੀਚੇ ਵਾਲੀ ਸਾਈਡ, ਇੱਥੇ ਰਹਿ ਜਾਂਦਾ ਹੈ ਜੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ। ਅਤੇ ਜੋ ਬੰਗਾਲ ਦੀ ਖਾੜੀ ਹੈ, ਇਹ ਵੀ ਭਾਰਤ ਦੇ ਜੀ ਦੱਖਣ ਪੂਰਬੀ ਹਿੱਸੇ ਵਾਲੀ ਸਾਈਡ ਆ ਜਾਂਦੀ ਹੈ। ਅਤੇ ਜੋ ਭਾਰਤ ਦਾ ਜੀ ਦੱਖਣ ਪੱਛਮੀ ਹਿੱਸਾ ਜਾਂ ਜਿਸ ਨੂੰ ਆਪਾਂ ਲੈਫਟ ਹੈਂਡ ਸਾਈਡ ਕਹਿ ਸਕਦੇ ਹਾਂ ਜੀ, ਨੀਚੇ ਵਾਲੀ ਸਾਈਡ, ਇਸ ਸਾਈਡ ਆ ਜਾਂਦਾ ਹੈ ਜੀ ਅਰਬ ਸਾਗਰ। ਅਤੇ ਇੱਥੇ ਹੈ ਜੀ ਲਕਸ਼ਦੀਪ ਸਮੂਹ ਜੋ ਉਹ ਮੌਜੂਦ ਨੇ। ਭਾਰਤ ਦੇ ਵਿੱਚ ਅਰਬ ਸਾਗਰ ਦੇ ਵਿੱਚ ਹੈ ਜੀ ਲਕਸ਼ਦੀਪ, ਅਤੇ ਦੂਸਰੀ ਸਾਈਡ ਆ ਜਾਂਦਾ ਹੈ ਜੀ ਅੰਡੇਮਾਨ ਨਿਕੋਬਾਰ ਦੀਪ ਸਮੂਹ, ਅਤੇ ਉੱਧਰ ਆ ਜਾਂਦੀ ਹੈ ਜੀ ਬੰਗਾਲ ਦੀ ਖਾੜੀ। ਇਸ ਨੂੰ ਹੁਣ ਤੁਸੀਂ ਜੀ ਆ ਮੈਪ ਰਾਹੀਂ ਵੀ ਦੇਖ ਸਕਦੇ ਹੋ। ਜੋ ਨੀਚੇ ਵਾਲੀ ਸਾਈਡ ਹੈ ਜੀ ਲੈਫਟ ਹੈਂਡ ਸਾਈਡ, ਇੱਥੇ ਹੈ ਜੀ ਲਕਸ਼ਦੀਪ ਸਮੂਹ। ਅਤੇ ਜੋ ਤੁਸੀਂ ਇਹ ਰਾਈਟ ਸਾਈਡ ਦੇਖ ਰਹੇ ਹੋ ਜੀ, ਇੱਥੇ ਹੈ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ। ਠੀਕ ਹੈ ਜੀ, ਇੱਧਰ ਹੀ ਬੰਗਾਲ ਦੀ ਖਾੜੀ ਹੈ, ਅਤੇ ਆਪਣੇ ਜੋ ਖੱਬੇ ਹੱਥ ਹੈ ਇੱਥੇ ਹੈ ਜੀ ਅਰਬ ਸਾਗਰ। ਇੱਥੇ ਇੱਕ ਇਸ ਪੁਆਇੰਟ ਨੂੰ ਵੀ ਯਾਦ ਰੱਖਣਾ ਹੈ ਜੀ ਕਿ ਭਾਰਤ ਦਾ ਜੋ ਸਭ ਤੋਂ ਦੱਖਣੀ ਬਿੰਦੂ ਸੀ, ਜਿਸ ਨੂੰ ਇੰਦਰਾ ਪੁਆਇੰਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇਹ 2004 ਸਮੇਂ ਜਦੋਂ ਸੁਨਾਮੀ ਆਈ ਹੈ, ਉਸ ਦੇ ਕਾਰਨ ਜੀ ਇਹ ਸਮੁੰਦਰ ਦੇ ਵਿੱਚ ਡੁੱਬ ਗਿਆ ਹੈ। ਜੋ ਇੰਦਰਾ ਪੁਆਇੰਟ ਜੀ 2004 ਤੱਕ ਭਾਰਤ ਦਾ ਸਭ ਤੋਂ ਦੱਖਣੀ ਪੁਆਇੰਟ ਮੰਨਿਆ ਜਾਂਦਾ ਸੀ, ਉਹ ਹੁਣ ਪੂਰੀ ਤਰ੍ਹਾਂ ਜੀ ਸਮੁੰਦਰ ਦੇ ਵਿੱਚ ਡੁੱਬ ਗਿਆ ਹੈ, ਕਿਉਂਕਿ ਉਸ ਦੇ ਪਿੱਛੇ 2004 ਦੀ ਜੋ ਸੁਨਾਮੀ ਸੀ ਉਹ ਕਾਰਨ ਬਣੀ ਹੈ। ਠੀਕ ਹੈ ਜੀ, ਇੱਥੋਂ ਤੱਕ ਆਪਾਂ ਦੇਖ ਲਿਆ ਕਿ ਭਾਰਤ ਕਿੱਥੇ ਸਥਿਤ ਹੈ, ਉਹਦੇ ਖੱਬੇ ਹੱਥ ਸੱਜੇ ਹੱਥ ਕਿਹੜੀਆਂ ਚੀਜ਼ਾਂ ਸਥਿਤ ਨੇ, ਕਿਹੜੇ ਦੀਪ ਨੇ, ਕਿਹੜੇ ਮਹਾਸਾਗਰ ਨੇ, ਕਿਹੜੇ ਸਾਗਰ ਨੇ, ਸਭ ਚੀਜ਼ਾਂ ਨੂੰ ਆਪਾਂ ਪੜ੍ਹ ਲਿਆ ਹੈ। ਇਹਨਾਂ ਸਭ ਨੂੰ ਜੀ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਕਿਉਂਕਿ ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਪ੍ਰਸ਼ਨ ਆਪਣੇ ਤੋਂ ਪੁੱਛੇ ਜਾਂਦੇ ਨੇ, ਅਤੇ ਭਾਰਤ ਦੇਸ਼ ਦੇ ਬਾਰੇ ਜੀ ਇਹ ਬਹੁਤ ਹੀ ਜ਼ਿਆਦਾ ਬੇਸਿਕ ਗੱਲਾਂ ਆ ਜਾਂਦੀਆਂ ਨੇ। ਭਾਰਤ ਦੀ ਸਥਿਤੀ ਨੂੰ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਭਾਰਤ ਦੇ ਆਕਾਰ ਬਾਰੇ। ਜੋ ਭਾਰਤ ਦੇਸ਼ ਹੈ ਜੀ, ਇਸ ਦਾ ਖੇਤਰਫਲ ਹੈ ਲਗਭਗ 32.8 ਲੱਖ ਵਰਗ ਕਿਲੋਮੀਟਰ। ਇਹ ਜ਼ਰੂਰ ਯਾਦ ਰੱਖਣਾ ਹੈ ਕਿ ਭਾਰਤ ਦੇਸ਼ ਦਾ ਖੇਤਰਫਲ ਕਿੰਨਾ ਹੈ, ਇਹ ਹੈ ਜੀ ਲਗਭਗ 32.8 ਲੱਖ ਵਰਗ ਕਿਲੋਮੀਟਰ। ਜੋ ਭਾਰਤ ਦੇਸ਼ ਹੈ ਜੀ, ਇਹ ਖੇਤਰਫਲ ਦੇ ਆਧਾਰ 'ਤੇ ਜੋ ਦੁਨੀਆ ਦਾ ਟੋਟਲ ਖੇਤਰਫਲ ਆ, ਉਸ ਦਾ 2.4% ਹੈ। ਠੀਕ ਹੈ ਜੀ, ਇਹ ਵੀ ਯਾਦ ਰੱਖ ਲੈਣਾ। ਜੇਕਰ ਗੱਲ ਕਰੀਏ ਕਿ ਜੋ ਭਾਰਤ ਦੇਸ਼ ਹੈ, ਇਹ ਖੇਤਰਫਲ ਦੇ ਆਧਾਰ 'ਤੇ ਕਿੰਨਵੇਂ ਨੰਬਰ 'ਤੇ ਆਉਂਦਾ ਹੈ, ਤਾਂ ਇਹ ਦੁਨੀਆ ਦਾ ਜੀ 7ਵਾਂ ਵੱਡਾ ਦੇਸ਼ ਆ ਜਾਂਦਾ ਹੈ। ਜੇਕਰ ਜਨਸੰਖਿਆ ਦੇ ਪੱਖ ਤੋਂ ਗੱਲ ਕਰੀਏ ਤਾਂ ਭਾਰਤ ਦੁਨੀਆ ਦਾ ਦੂਸਰੇ ਨੰਬਰ ਦਾ ਵੱਡਾ ਦੇਸ਼ ਆਉਂਦਾ ਹੈ, ਯਾਨੀ ਕਿ ਵੱਧ ਜਨਸੰਖਿਆ ਵਾਲਾ ਦੇਸ਼ ਆਉਂਦਾ ਹੈ। ਅਤੇ ਜੇਕਰ ਗੱਲ ਕਰੀਏ ਆਪਾਂ ਭਾਰਤ ਦੇਸ਼ ਦੇ ਖੇਤਰਫਲ ਦੀ, ਤਾਂ ਇਹ ਆ ਜਾਂਦਾ ਹੈ ਜੀ ਫਿਰ ਦੁਨੀਆ ਦਾ 7ਵੇਂ ਨੰਬਰ 'ਤੇ ਵੱਡਾ ਦੇਸ਼। ਹੁਣ ਆਪਾਂ ਵੇਖਦੇ ਹਾਂ ਜੀ ਕਿ ਭਾਰਤ ਦੀ ਜੋ ਸਥਲ ਸੀਮਾ, ਇਹ ਕਿੰਨੀ ਲੰਬਾਈ ਹੈ, ਇਸ ਦੀ ਇਹ ਕਿੰਨੀ ਜ਼ਿਆਦਾ ਵੱਡੀ ਹੈ। ਜੋ ਭਾਰਤ ਦੇਸ਼ ਦੀ ਸਥਲ ਸੀਮਾ ਹੈ ਜੀ, ਇਹ ਹੈ ਲਗਭਗ 15,200 ਕਿਲੋਮੀਟਰ ਦੀ। ਅਤੇ ਜੇਕਰ ਗੱਲ ਕਰੀਏ ਆਪਾਂ ਸਮੁੰਦਰੀ ਤੱਟ ਰੇਖਾ ਦੀ, ਯਾਨੀ ਕਿ ਜੋ ਸਮੁੰਦਰੀ ਹੱਦ ਹੈ ਜੀ ਭਾਰਤ ਦੀ, ਉਹ ਕਿੰਨੀ ਹੈ, ਤਾਂ ਇਸ ਦੇ ਵਿੱਚ ਜੀ ਅੰਡੇਮਾਨ ਅਤੇ ਨਿਕੋਬਾਰ ਜੋ ਦੀਪ ਸਮੂਹ ਆ ਜੀ, ਉਹਨਾਂ ਨੂੰ ਆਪਾਂ ਐਡ ਕਰਦੇ ਹਾਂ, ਲਕਸ਼ਦੀਪ ਨੂੰ ਵੀ ਇਸ ਦੇ ਵਿੱਚ ਐਡ ਕਰਦੇ ਹਾਂ, ਕਿਉਂਕਿ ਉਹ ਭਾਰਤ ਦਾ ਹੀ ਹਿੱਸਾ ਨੇ ਅਤੇ ਉਹ ਸਮੁੰਦਰ ਦੇ ਵਿੱਚ ਮੌਜੂਦ ਨੇ, ਕਿਉਂਕਿ ਉਹਨਾਂ ਦੀ ਜੋ ਹੱਦ ਹੈ ਉਹ ਸਮੁੰਦਰ ਨੂੰ ਜ਼ਿਆਦਾ ਲੱਗਦੀ ਹੈ। ਇਸ ਲਈ ਜੋ ਭਾਰਤ ਦੀ ਲਗਭਗ ਹੱਦ ਆ ਜਾਂਦੀ ਹੈ ਜੀ, ਜਿਸ ਨੂੰ ਆਪਾਂ ਸਮੁੰਦਰੀ ਤੱਟ ਰੇਖਾ ਕਹਿੰਦੇ ਹਾਂ, ਇਹ ਆ ਜਾਂਦੀ ਹੈ ਜੀ 7516 ਕਿਲੋਮੀਟਰ। ਇਹ ਹੈ ਜੀ 7,500, ਠੀਕ ਹੈ ਜੀ, 7516 ਕਿਲੋਮੀਟਰ। ਅਤੇ ਜੋ ਸਥਲ ਸੀਮਾ ਹੈ ਜੀ ਭਾਰਤ ਦੀ, ਉਹ ਹੈ 15,200, ਯਾਨੀ ਕਿ ਦੁੱਗਣੇ ਤੋਂ ਜ਼ਿਆਦਾ ਆ ਜਾਂਦੀ ਹੈ।
ਭਾਰਤ ਦੇ ਜੇਕਰ ਆਪਾਂ ਜੀ ਉੱਤਰ ਜਾਂ ਉੱਤਰ ਪੱਛਮ ਤੇ ਉੱਤਰ ਪੂਰਬ ਵੱਲ ਦੀ ਗੱਲ ਕਰੀਏ, ਉੱਪਰਲੀ ਸਾਈਡ ਬਿਲਕੁਲ ਉੱਤਰ ਵਾਲੀ ਸਾਈਡ, ਉੱਤਰ ਤੋਂ ਆਪਾਂ ਜੇ ਰਾਈਟ ਹੈਂਡ ਸਾਈਡ ਜਾਂ ਲੈਫਟ ਹੈਂਡ ਸਾਈਡ ਦੇਖਦੇ ਹਾਂ ਤਾਂ ਤਿੰਨੋਂ ਦਿਸ਼ਾਵਾਂ ਦੇ ਵਿੱਚ ਆ ਜਾਂਦੇ ਆ ਜੀ ਨਵੀਨ ਬਲਿਤ ਪਰਬਤ। ਇਹ ਕਿਹੜੇ ਪਰਬਤ ਆ ਜਾਂਦੇ ਨੇ ਜੀ? ਇਹ ਹੈ ਹਿਮਾਲਿਆ ਪਰਬਤ। ਨਵੀਨ ਬਲਿਤ ਪਰਬਤ ਇਹ ਇਸ ਲਈ ਹੈ ਜੀ ਕਿਉਂਕਿ ਇਹ ਇੱਕ ਤਾਂ ਵਲਦਾਰ ਪਰਬਤ ਨੇ, ਅਤੇ ਦੂਸਰੇ ਨਵੀਨ ਇਸ ਲਈ ਨੇ ਕਿਉਂਕਿ ਇਹਨਾਂ ਦੀ ਜੋ ਲੰਬਾਈ ਹੈ ਜਾਂ ਇਹਨਾਂ ਦੀ ਜੋ ਉਚਾਈ ਹੈ ਉਹ ਹਾਲੇ ਵੀ ਵੱਧ ਰਹੀ ਹੈ। ਇਹ ਬਹੁਤ ਘੱਟ ਸਮੇਂ ਪਹਿਲਾਂ ਹੀ ਬਾਕੀ ਪਰਬਤਾਂ ਦੇ ਮੁਕਾਬਲੇ ਇਹ ਬਣੇ ਨੇ, ਅਤੇ ਇਹਨਾਂ ਦੀ ਜੋ ਲੰਬਾਈ ਹੈ ਉਹ ਲਗਾਤਾਰ ਵੱਧ ਰਹੀ ਹੈ। ਇਸੇ ਲਈ ਜੀ ਇਹਨਾਂ ਨੂੰ ਨਵੀਨ ਬਲਿਤ ਪਰਬਤ ਕਿਹਾ ਜਾਂਦਾ ਹੈ। ਇਹ ਭਾਰਤ ਦੇ ਜੀ ਉੱਤਰ ਪੱਛਮ ਅਤੇ ਉੱਤਰ ਪੂਰਬ ਤਿੰਨੋਂ ਦਿਸ਼ਾਵਾਂ ਦੇ ਵਿੱਚ ਆ ਜਾਂਦੇ ਨੇ। ਭਾਰਤ ਦੇ ਪੱਛਮ ਦਿਸ਼ਾ ਦੇ ਵਿੱਚ ਯਾਨੀ ਕਿ ਲੈਫਟ ਹੈਂਡ ਸਾਈਡ 'ਤੇ ਆ ਜਾਂਦਾ ਹੈ ਜੀ ਅਰਬ ਸਾਗਰ, ਅਤੇ ਪੂਰਬ ਦਿਸ਼ਾ ਜਿਸ ਨੂੰ ਆਪਾਂ ਜੀ ਰਾਈਟ ਹੈਂਡ ਸਾਈਡ ਮੰਨ ਲੈਂਦੇ ਹਾਂ, ਇਸ ਦੇ ਵਿੱਚ ਆ ਜਾਂਦੇ ਹੈ ਜੀ ਬੰਗਾਲ ਦੀ ਖਾੜੀ, ਜੋ ਆਪਾਂ ਲਾਸਟ ਸਲਾਈਡ ਦੇ ਵਿੱਚ ਮੈਪ ਦੇ ਵਿੱਚ ਵੀ ਦੇਖੀ ਸੀ। ਭਾਰਤ ਦੇਸ਼ ਦਾ ਅਕਸ਼ਾਂਸ਼ੀ ਅਤੇ ਜੋ ਦੇਸ਼ਾਂਤਰੀ ਵਿਸਤਾਰ ਹੈ ਜੀ ਇਹ ਲਗਭਗ 30 ਡਿਗਰੀ ਹੈ, ਪਰ ਫਿਰ ਵੀ ਜੋ ਭਾਰਤ ਦੇਸ਼ ਹੈ ਜੀ ਇਹ ਪੂਰਬ ਤੋਂ ਪੱਛਮ ਵੱਲ ਇਹ ਵਧੇਰੇ ਚੌੜਾ ਲੱਗਦਾ ਹੈ। ਪਰ ਜੇਕਰ ਗੱਲ ਕਰੀਏ ਜੀ ਇਸ ਦਾ ਉੱਤਰ ਤੋਂ ਦੱਖਣ ਵੱਲ, ਤੇ ਇਹ ਆਪਾਂ ਨੂੰ ਇਸ ਦੀ ਜੋ ਚੌੜਾਈ ਆ ਉਹ ਘੱਟ ਲੱਗਦੀ ਹੈ। ਇਸ ਨੂੰ ਜੇ ਆਪਾਂ ਮੈਪ ਦੇ ਰਾਹੀਂ ਹੁਣ ਸਮਝਦੇ ਹਾਂ, ਉਸ ਦੇ ਵਿੱਚ ਜੀ ਤੁਸੀਂ ਵਧੀਆ ਤਰੀਕੇ ਇਸ ਗੱਲ ਨੂੰ ਸਮਝ ਸਕਦੇ ਹੋ। ਮੈਪ ਦੇ ਵਿੱਚ ਦੇਖਣ ਦੇ ਆਪਾਂ ਨੂੰ ਪਤਾ ਲੱਗਦਾ ਹੈ ਜੀ ਕਿ ਜੋ ਭਾਰਤ ਦੇਸ਼ ਦਾ ਦੇਸ਼ਾਂਤਰੀ ਵਿਸਤਾਰ ਹੈ ਅਤੇ ਜੋ ਅਕਸ਼ਾਂਸ਼ੀ ਵਿਸਤਾਰ ਹੈ ਇਹ ਦੋਨੋਂ ਜੀ 30 ਡਿਗਰੀ ਦਾ ਇਹਨਾਂ ਦਾ ਵਿਸਤਾਰ ਆ ਜਾਂਦਾ ਹੈ। ਪਰ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਕਿ ਭਾਰਤ ਦੇਸ਼ ਆਪਾਂ ਨੂੰ ਸੱਜੇ ਤੋਂ ਖੱਬੇ ਵੱਲ ਮੈਪ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਨੂੰ ਜ਼ਿਆਦਾ ਚੌੜਾ ਲੱਗਦਾ ਹੈ, ਅਤੇ ਆਪਾਂ ਉੱਪਰ ਤੋਂ ਨੀਚੇ ਵੱਲ ਭਾਰਤ ਦੇਸ਼ ਨੂੰ ਦੇਖਦੇ ਹਾਂ ਤੇ ਇਹ ਆਪਾਂ ਨੂੰ ਲੱਗਦਾ ਹੈ ਜੀ ਕਿ ਇਸ ਦੀ ਜੋ ਲੰਬਾਈ ਹੈ ਜਾਂ ਇਸ ਦੀ ਜੋ ਇਹ ਚੌੜਾਈ ਹੈ ਉਹ ਘੱਟ ਹੈ। ਪਰ ਜੇਕਰ ਆਪਾਂ ਕਿਲੋਮੀਟਰਾਂ ਦੇ ਵਿੱਚ ਦੇਖੀਏ ਤਾਂ ਜੋ ਸੱਜੇ ਤੋਂ ਖੱਬੇ ਵੱਲ ਭਾਰਤ ਦੀ ਚੌੜਾਈ ਹੈ ਇਹ ਆ ਜਾਂਦੀ ਹੈ ਜੀ 2933 ਕਿਲੋਮੀਟਰ, ਜਦੋਂ ਕਿ ਜੀ ਉੱਪਰ ਤੋਂ ਨੀਚੇ ਵੱਲ ਯਾਨੀ ਕਿ ਉੱਤਰ ਦਿਸ਼ਾ ਤੋਂ ਦੱਖਣ ਦਿਸ਼ਾ ਵੱਲ ਜੋ ਭਾਰਤ ਦੇਸ਼ ਦੀ ਲੰਬਾਈ ਹੈ ਇਹ ਹੈ ਜੀ 3214 ਕਿਲੋਮੀਟਰ, ਜੋ ਥੋੜ੍ਹੀ ਜਿਹੀ ਜ਼ਿਆਦਾ ਆ ਜਾਂਦੀ ਹੈ। ਆਲਮੋਸਟ ਆਪਾਂ ਮੰਨ ਲੈਂਦੇ ਹਾਂ ਜੀ ਕਿ 30 ਡਿਗਰੀ ਦੇਸ਼ਾਂਤਰੀ ਅਤੇ ਅਕਸ਼ਾਂਸ਼ੀ ਵਿਸਤਾਰ ਹੋਣ ਕਾਰਨ ਵੀ ਭਾਰਤ ਸਾਰੇ ਪਾਸੋਂ ਉਹਨਾਂ ਦੀ ਲੰਬਾਈ ਚੌੜਾਈ ਸੇਮ ਹੀ ਹੈ। ਪਰ ਜੇਕਰ ਆਪਾਂ ਮੈਪ ਦੇ ਵਿੱਚ ਦੇਖਦੇ ਹਾਂ ਤਾਂ ਇਸ ਦੀ ਆਪਾਂ ਨੂੰ ਜੀ ਸੱਜੇ ਤੋਂ ਖੱਬੇ ਵੱਲ ਜੋ ਚੌੜਾਈ ਹੈ ਉਹ ਜ਼ਿਆਦਾ ਦਿਖਦੀ ਹੈ। ਵੈਸੇ ਅਸਲ ਦੇ ਵਿੱਚ ਜੀ ਇਹਨਾਂ ਦੇ ਵਿੱਚ ਕੋਈ ਲੰਬਾਈ ਦੇ ਵਿੱਚ ਜਾਂ ਚੌੜਾਈ ਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਇੱਥੋਂ ਤੱਕ ਆਪਾਂ ਨੂੰ ਜੀ ਇਹ ਗੱਲ ਸਮਝ ਆਉਂਦੀ ਹੈ। ਭਾਰਤ ਦੇ ਵਿੱਚ ਜੋ ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਦਾ ਖੇਤਰ ਰਹਿ ਜਾਂਦਾ ਹੈ ਜੀ, ਯਾਨੀ ਕਿ ਜੋ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਸਟੇਟ ਆ ਇਹਨਾਂ ਦੇ ਵਿੱਚ ਲਗਭਗ 30 ਡਿਗਰੀ ਦਾ ਜੋ ਦੇਸ਼ਾਂਤਰੀ ਵਿਸਤਾਰ ਆਉਂਦਾ ਹੈ। ਜੋ ਗੁਜਰਾਤ ਹੈ ਜੀ ਇਹ ਪੱਛਮੀ ਦਿਸ਼ਾ ਦੇ ਵਿੱਚ ਆ ਜਾਂਦਾ ਹੈ ਬਿਲਕੁਲ ਸਾਈਡ 'ਤੇ, ਅਤੇ ਜੋ ਅਰੁਣਾਚਲ ਪ੍ਰਦੇਸ਼ ਹੈ ਇਹ ਭਾਰਤ ਦੇ ਬਿਲਕੁਲ ਪੂਰਬੀ ਪੁਆਇੰਟ 'ਤੇ ਆ ਜਾਂਦਾ ਹੈ। ਇਹਨਾਂ ਦੋਨਾਂ ਦੇ ਵਿਚਕਾਰ ਜੀ 30 ਡਿਗਰੀ ਜੋ ਦੇਸ਼ਾਂਤਰ ਹੈ ਇਸ ਦਾ ਫਰਕ ਹੈ। ਇਸੇ ਦੇ ਕਰਕੇ ਜੋ ਇਹਨਾਂ ਦੇ ਸਥਾਨਿਕ ਸਮਾਂ ਜੀ ਇਹਦੇ ਵਿੱਚ ਲਗਭਗ 2 ਘੰਟੇ ਦਾ ਅੰਤਰ ਆ ਜਾਂਦਾ ਹੈ। ਇਹ ਕਿਉਂ ਅੰਤਰ ਆਉਂਦਾ ਹੈ ਜੀ? ਕਿਉਂਕਿ ਹਰੇਕ 1 ਡਿਗਰੀ ਦੇਸ਼ਾਂਤਰ ਦੇ ਵਿੱਚ 4 ਮਿੰਟ ਦਾ ਸਮੇਂ ਦਾ ਅੰਤਰ ਹੁੰਦਾ ਹੈ। ਜੇਕਰ ਆਪਾਂ 30 ਡਿਗਰੀ ਦੇਸ਼ਾਂਤਰ ਦੇ ਨਾਲ 4 ਮਿੰਟ ਨੂੰ ਆਪਾਂ ਗੁਣਾ ਕਰਦੇ ਹਾਂ ਤਾਂ ਇਹ ਆ ਜਾਂਦਾ ਹੈ ਜੀ 120 ਮਿੰਟ। 120 ਮਿੰਟ ਨੂੰ ਘੰਟਿਆਂ ਦੇ ਵਿੱਚ ਆਪਾਂ ਜੇਕਰ ਕਨਵਰਟ ਕਰਦੇ ਹਾਂ ਤਾਂ ਆ ਜਾਂਦੀ ਹੈ ਲਗਭਗ 2 ਘੰਟੇ, ਠੀਕ ਹੈ ਜੀ, ਕਿਉਂਕਿ 60 ਮਿੰਟ ਦਾ 1 ਘੰਟਾ ਹੁੰਦਾ ਹੈ। ਇਸੇ ਲਈ ਜੋ ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਸਟੇਟ ਹੈ ਜੀ ਜੋ ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਪ੍ਰੋਪਰ ਦੂਰੀ 'ਤੇ ਰਹਿ ਜਾਂਦੀਆਂ ਜੀ, 30 ਡਿਗਰੀ ਦੇਸ਼ਾਂਤਰ ਦੀ ਦੂਰੀ 'ਤੇ ਰਹਿ ਜਾਂਦੀਆਂ। ਇਹਨਾਂ ਦੇ ਜੋ ਸਥਾਨਿਕ ਸਮਾਂ ਇਸ ਦੇ ਵਿੱਚ 2 ਘੰਟੇ ਦਾ ਜੋ ਫਰਕ ਹੈ ਉਹ ਆ ਜਾਂਦਾ ਹੈ। ਪਰ ਇਹ ਫਰਕ ਜੀ ਕਿਉਂ ਨਹੀਂ ਪਤਾ ਲੱਗਦਾ ਜਾਂ ਕਿਉਂ ਇਸ ਨੂੰ ਕਿਵੇਂ ਦੂਰ ਕਰ ਸਕਦੇ ਹਾਂ, ਕਿਵੇਂ ਸਾਰੇ ਇੰਡੀਆ ਦੇ ਵਿੱਚ ਇੱਕ ਸਮਾਂ ਮੰਨਿਆ ਜਾਂਦਾ ਹੈ, ਕਿਸ ਸਮੇਂ ਨੂੰ ਸਥਾਨਿਕ ਸਮਾਂ ਮੰਨਿਆ ਜਾਂਦਾ ਹੈ, ਹੁਣ ਆਪਾਂ ਇਸ ਦੇ ਬਾਰੇ ਗੱਲ ਕਰ ਲੈਂਦੇ ਹਾਂ। ਭਾਰਤ ਦੇ ਵਿੱਚੋਂ ਦੀ ਲਗਭਗ 30 ਡਿਗਰੀ ਦੇਸ਼ਾਂਤਰ ਨਿਕਲਦੇ ਨੇ। ਉਹ ਹਰ ਸਟੇਟ ਦੇ ਵਿੱਚੋਂ ਜੀ ਹੁਣ 2 ਤੋਂ 4 ਡਿਗਰੀ ਦੇਸ਼ਾਂਤਰ ਵੀ ਲੰਘ ਸਕਦੇ ਨੇ। ਇਸੇ ਕਰਕੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਇੱਕ ਸਟੇਟ ਦੇ ਵੀ ਗਾਹਾਂ ਹਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਸਮੇਂ ਨੂੰ ਸਥਾਨਕ ਸਮਾਂ ਮੰਨਿਆ ਜਾਵੇ ਉਸ ਦੇ ਦੇਸ਼ਾਂਤਰ ਦੇ ਹਿਸਾਬ ਨਾਲ। ਇਸੇ ਕਨਫਿਊਜ਼ਨ ਨੂੰ ਦੂਰ ਕਰਨ ਲਈ ਜੀ ਭਾਰਤ ਦੇਸ਼ ਦੇ ਵਿੱਚ ਇੱਕ ਦੇਸ਼ਾਂਤਰ ਨੂੰ ਆਪਾਂ ਪ੍ਰਮਾਣਿਕ ਦੇਸ਼ਾਂਤਰ ਮੰਨ ਲੈਂਦੇ ਹਾਂ। ਇਹ ਦੇਸ਼ਾਂਤਰ ਦੇ ਸਮੇਂ ਨੂੰ ਹੀ ਪੂਰੇ ਭਾਰਤ ਦੇ ਵਿੱਚ ਜੀ ਸਥਾਨਕ ਸਮਾਂ ਮੰਨਿਆ ਜਾਂਦਾ ਹੈ। ਇਹ ਡਿਗਰੀ ਦੇਸ਼ਾਂਤਰ ਆ ਜਾਂਦਾ ਹੈ ਜੀ 82.30 ਡਿਗਰੀ ਦੇਸ਼ਾਂਤਰ। ਭਾਰਤ ਵਿੱਚ ਜੋ 82.30 ਡਿਗਰੀ ਉੱਤਰੀ ਦੇਸ਼ਾਂਤਰ ਹੈ ਜੀ ਇਸ ਨੂੰ ਭਾਰਤ ਦਾ ਪ੍ਰਮਾਣਿਕ ਦੇਸ਼ਾਂਤਰ ਜਾਂ ਸਟੈਂਡਰਡ ਟਾਈਮ ਦੇਸ਼ਾਂਤਰ ਮੰਨਿਆ ਜਾਂਦਾ ਹੈ, ਅਤੇ ਇਸੇ ਦੇ ਅਨੁਸਾਰ ਹੀ ਜੋ ਸਥਾਨਕ ਸਮਾਂ ਹੁੰਦਾ ਹੈ ਜੀ ਉਸ ਨੂੰ ਪੂਰੇ ਦੇਸ਼ ਦੇ ਵਿੱਚ ਮੰਨਿਆ ਜਾਂਦਾ ਹੈ। ਜਿਵੇਂ ਕਿ ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਰੀਅਲ ਟਾਈਮ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਜੋ ਸਮਾਂ ਉਸ ਦੇ ਵਿੱਚ ਡਿਫਰੈਂਸ ਹੋਏਗਾ। ਪਰ ਜੇਕਰ ਆਪਾਂ ਜੀ 82.30 ਡਿਗਰੀ ਪੂਰਬੀ ਦੇਸ਼ਾਂਤਰ ਦੇ ਹਿਸਾਬ ਨਾਲ ਪੂਰੇ ਭਾਰਤ ਦੇ ਵਿੱਚ ਸਮੇਂ ਨੂੰ ਲਾਗੂ ਕਰਦੇ ਹਾਂ ਤੇ ਇਹ ਭਾਰਤ ਦੇ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੇ ਵਿੱਚ ਜੀ ਇਹ ਬਿਲਕੁਲ ਸੇਮ ਰਹੇਗਾ। ਇਸੇ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਹੀ ਜੀ ਆਪਾਂ 82.30 ਡਿਗਰੀ ਜੋ ਪੂਰਬੀ ਦੇਸ਼ਾਂਤਰ ਹੈ ਇਸ ਨੂੰ ਭਾਰਤ ਦਾ ਪ੍ਰਮਾਣਿਕ ਦੇਸ਼ਾਂਤਰ ਮੰਨਦੇ ਹਾਂ।
ਅਤੇ ਜੋ 82.30 ਡਿਗਰੀ ਜੀ ਇਹ ਪੂਰਬੀ ਦੇਸ਼ਾਂਤਰ ਹੈ, ਇਹ ਭਾਰਤ ਦੇ ਜੀ ਉੱਤਰ ਪ੍ਰਦੇਸ਼ ਜਾਂ ਜਿਸ ਨੂੰ ਆਪਾਂ ਯੂਪੀ ਕਹਿੰਦੇ ਆ ਉਸ ਦੇ ਮਿਰਜ਼ਾਪੁਰ ਦੇ ਵਿੱਚੋਂ ਲੰਘਦੀ ਹੈ। ਜਿਸ ਨੇ ਵੀ ਜੀ ਮਿਰਜ਼ਾਪੁਰ ਵੈਬ ਸੀਰੀਜ਼ ਦੇਖੀ ਹੈ ਉਹ ਤਾਂ ਭੁੱਲਣ ਵਾਲਾ ਨਹੀਂ ਹੋਣਾ ਚਾਹੀਦਾ ਇਸ ਚੀਜ਼ ਨੂੰ ਜਾਣਨ ਤੋਂ ਬਾਅਦ ਕਿ ਜੋ ਭਾਰਤ ਦਾ ਪ੍ਰਮਾਣਿਕ ਸਮਾਂ ਹੈ 82.30 ਅਤੇ ਭਾਰਤ ਦੇ ਵਿੱਚੋਂ ਇਹ ਕਿੱਥੋਂ ਗੁਜ਼ਰਦਾ ਤਾਂ ਆਪਣੇ ਯਾਦ ਹੋਣਾ ਚਾਹੀਦਾ ਕਿ ਮਿਰਜ਼ਾਪੁਰ ਦੇ ਵਿੱਚੋਂ ਗੁਜ਼ਰਦਾ ਅਤੇ ਮਿਰਜ਼ਾਪੁਰ ਯੂਪੀ ਦੇ ਵਿੱਚ ਆ। ਠੀਕ ਹੈ ਜੀ, ਇਹ ਯਾਦ ਰੱਖੋ। ਹੁਣ ਤੱਕ ਆਪਾਂ ਇਹ ਤਾਂ ਜਾਣ ਲਿਆ ਜੀ ਕਿ ਭਾਰਤ ਦਾ ਜੋ ਸਟੈਂਡਰਡ ਟਾਈਮ ਆ ਜਾਂ ਪ੍ਰਮਾਣਿਕ ਦੇਸ਼ਾਂਤਰ ਆ ਉਹ ਕਿੰਨੇ ਡਿਗਰੀ ਨੂੰ ਮੰਨਿਆ ਜਾਂਦਾ ਹੈ, ਕਿੱਥੋਂ ਗੁਜ਼ਰਦਾ ਹੈ ਅਤੇ ਇਸ ਨੂੰ ਆਪਾਂ ਪ੍ਰਮਾਣਿਕ ਦੇਸ਼ਾਂਤਰ ਇੱਕ ਦੇਸ਼ ਦੇ ਲਈ ਕਿਉਂ ਮੰਨਦੇ ਹਾਂ। ਠੀਕ ਹੈ ਜੀ, ਕਿਉਂਕਿ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਆਪਾਂ ਅਲੱਗ-ਅਲੱਗ ਸਮਾਂ ਨਹੀਂ ਦੇਖ ਸਕਦੇ। ਇੱਥੋਂ ਤੱਕ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੈ। ਇੱਕ ਸੀ ਪੂਰੀ ਦੁਨੀਆ ਦੇ ਵਿੱਚ ਇੱਕ ਦੇਸ਼ਾਂਤਰ ਨੂੰ 0 ਡਿਗਰੀ ਦੇਸ਼ਾਂਤਰ ਮੰਨਿਆ ਜਾਂਦਾ ਹੈ। ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਦੇਖਿਆ ਸੀ, ਗਲੋਬ ਦੇ ਵਿੱਚ ਦਿਖਾਇਆ ਗਿਆ ਸੀ ਇੱਕ 0 ਡਿਗਰੀ ਦੇਸ਼ਾਂਤਰ ਨੂੰ ਪ੍ਰਾਈਮ ਮੈਡੀਰੀਅਨ ਕਿਹਾ ਜਾਂਦਾ ਹੈ। ਜੋ ਪ੍ਰਾਈਮ ਮੈਡੀਰੀਅਨ ਹੈ ਜੀ ਇਹ 0 ਡਿਗਰੀ ਦੇਸ਼ਾਂਤਰ ਹੁੰਦਾ ਹੈ ਅਸਲ ਦੇ ਵਿੱਚ, ਜਿਸ ਨੂੰ ਤੁਸੀਂ ਇਹ ਮੈਪ ਦੇ ਵਿੱਚ ਵਧੀਆ ਤਰੀਕੇ ਦੇਖ ਸਕਦੇ ਹੋ। ਇਹ ਜੋ ਤੁਸੀਂ ਇਹ ਦਾਣੇਦਾਰ ਲਾਈਨ ਦੇਖ ਰਹੇ ਹੋ ਜੀ ਇਸ ਨੂੰ ਗ੍ਰੀਨਵਿਚ ਲਾਈਨ ਕਿਹਾ ਜਾਂਦਾ ਹੈ। ਇਹ ਜੋ 0 ਡਿਗਰੀ ਦੇਸ਼ਾਂਤਰ ਹੈ ਜੀ ਇਹ ਇੰਗਲੈਂਡ ਦੇ ਗ੍ਰੀਨਵਿਚ ਵਿੱਚੋਂ ਲੰਘਦਾ ਹੈ, ਗ੍ਰੀਨਵਿਚ ਸਥਾਨ ਤੋਂ ਇਹ ਗੁਜ਼ਰਦਾ ਹੈ। ਇਸੇ ਕਰਕੇ ਇਸ 0 ਡਿਗਰੀ ਦੇਸ਼ਾਂਤਰ ਨੂੰ ਜੀ ਗ੍ਰੀਨਵਿਚ ਦੇਸ਼ਾਂਤਰ ਕਿਹਾ ਜਾਂਦਾ ਹੈ। ਜੇਕਰ ਆਪਾਂ ਗ੍ਰੀਨਵਿਚ ਲਾਈਨ ਤੋਂ ਆਪਾਂ ਸੱਜੇ ਪਾਸੇ ਵੱਲ ਯਾਨੀ ਕਿ ਪੂਰਬ ਦਿਸ਼ਾ ਵੱਲ ਅੱਗੇ ਵਧਦੇ ਹਾਂ ਤਾਂ ਜਿਵੇਂ ਜਿਵੇਂ ਆਪਾਂ ਜਿੰਨੇ ਡਿਗਰੀ ਅੱਗੇ ਵਧਾਂਗੇ ਉਹਨਾਂ ਆਪਣਾ ਸਮਾਂ ਜੀ ਗ੍ਰੀਨਵਿਚ ਲਾਈਨ ਤੋਂ ਅੱਗੇ ਵਧੇਗਾ। ਅਤੇ ਜੇਕਰ ਆਪਾਂ ਗ੍ਰੀਨਵਿਚ ਲਾਈਨ ਤੋਂ ਪੱਛਮ ਦਿਸ਼ਾ ਵੱਲ ਜਾਂਦੇ ਹਾਂ ਤਾਂ ਉੱਦਾਂ ਹੀ ਸਮਾਂ ਜੀ ਉਨੇ ਘੰਟੇ ਘਟਦਾ ਜਾਏਗਾ। ਕਿਸੇ ਸਥਾਨ ਦੇ ਸਮੇਂ ਨੂੰ ਆਪਾਂ 0 ਡਿਗਰੀ ਦੇਸ਼ਾਂਤਰ ਤੋਂ ਜਾਂ ਗ੍ਰੀਨਵਿਚ ਲਾਈਨ ਤੋਂ ਕਿਵੇਂ ਪਤਾ ਕਰ ਸਕਦੇ ਹਾਂ ਜੀ। ਇਸ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਜੀ ਕਿ ਹਰ 1 ਡਿਗਰੀ ਦੇਸ਼ਾਂਤਰ ਦੇ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਭਾਰਤ ਦੇ ਵਿੱਚ ਜੀ ਦੇਖਿਆ ਸੀ ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਦੇ ਦੇਸ਼ਾਂਤਰ ਦੇ ਵਿੱਚ ਸਮੇਂ ਨੂੰ। ਜੇਕਰ ਮੰਨ ਕੇ ਚੱਲੋ ਜੀ ਗ੍ਰੀਨਵਿਚ ਲਾਈਨ 'ਤੇ 1 ਵਜੇ ਦਾ ਸਮਾਂ ਹੈ ਅਤੇ ਆਪਾਂ ਭਾਰਤ ਦਾ ਸਮਾਂ ਕੱਢਣਾ ਹੈ ਤਾਂ ਆਪਾਂ ਜੀ 82.30 ਡਿਗਰੀ ਨੂੰ ਗੁਣਾ ਕਰ ਲਵਾਂਗੇ ਜੀ 4 ਨਾਲ। ਜਿੰਨਾ ਮਿੰਟ ਆ ਜਾਣਗੇ ਉਸ ਨੂੰ ਘੰਟਿਆਂ ਦੇ ਵਿੱਚ ਡਿਵਾਈਡ ਕਰਾਂਗੇ ਅਤੇ ਜਿੰਨਾ ਸਮਾਂ ਗ੍ਰੀਨਵਿਚ ਲਾਈਨ 'ਤੇ ਉਸ ਸਮੇਂ ਹੋਵੇਗਾ ਉਸ ਦੇ ਨਾਲ ਜੀ ਆਪਾਂ ਪਲੱਸ ਕਰ ਲਵਾਂਗੇ, ਕਿਉਂਕਿ ਭਾਰਤ ਦੇਸ਼ ਆ ਉਹ ਪੂਰਬ ਦੇਸ਼ਾਂਤਰ ਦੇ ਵਿੱਚ ਆ ਜਾਂਦਾ ਹੈ। ਅਤੇ ਜੇਕਰ ਆ ਭਾਰਤ ਦੇਸ਼ ਪੱਛਮ ਦੇ ਵਿੱਚ ਹੁੰਦਾ ਤਾਂ ਫਿਰ ਆਪਾਂ ਨੂੰ ਜੀ ਜਿੰਨੇ ਮਿੰਟ ਆਉਂਦੇ ਉਹ ਆਪਾਂ ਨੂੰ 0 ਡਿਗਰੀ ਦੇਸ਼ਾਂਤਰ ਦੇ ਵਿੱਚੋਂ ਘਟਾ ਕੇ ਆਪਾਂ ਨੂੰ ਸਮਾਂ ਮਿਲਣਾ ਸੀ। ਇਸ ਤਰ੍ਹਾਂ ਜੀ ਕੁਝ ਦੇਸ਼ਾਂ ਦਾ ਸਮਾਂ ਅੱਗੇ ਹੁੰਦਾ ਹੈ, ਕੁਝ ਦੇਸ਼ਾਂ ਦਾ ਸਮਾਂ ਪਿੱਛੇ ਹੁੰਦਾ ਹੈ, ਕਿਉਂਕਿ ਜੋ 0 ਡਿਗਰੀ ਦੇਸ਼ਾਂਤਰ ਤੋਂ ਪੱਛਮ ਵੱਲ ਆ ਉਹਨਾਂ ਦਾ ਸਮਾਂ 0 ਡਿਗਰੀ ਦੇਸ਼ਾਂਤਰ ਤੋਂ ਘੱਟ ਹੋਏਗਾ ਅਤੇ ਜੋ 0 ਡਿਗਰੀ ਦੇਸ਼ਾਂਤਰ ਤੋਂ ਪੂਰਬ ਵੱਲ ਆ ਇਹਨਾਂ ਦਾ ਸਮਾਂ 0 ਡਿਗਰੀ ਦੇਸ਼ਾਂਤਰ ਤੋਂ ਓਨਾ ਹੀ ਅੱਗੇ ਹੋਏਗਾ ਜਿੰਨੇ ਡਿਗਰੀ ਉਹ 0 ਡਿਗਰੀ ਦੇਸ਼ਾਂਤਰ ਤੋਂ ਦੂਰੀ 'ਤੇ ਨੇ। ਜਿਵੇਂ ਕਿ ਜੋ ਭਾਰਤ ਦੇਸ਼ ਆ ਇਸ ਦਾ ਸਮੇਂ ਦਾ ਜੋ ਸਥਾਨਿਕ ਸਮਾਂ ਜੀ 82.30 ਡਿਗਰੀ 'ਤੇ ਜੋ ਸਮਾਂ ਆ ਜਾਂਦਾ ਹੈ ਉਹ ਗ੍ਰੀਨਵਿਚ ਲਾਈਨ ਤੋਂ 5.5 ਘੰਟੇ ਅੱਗੇ ਆ ਜਾਂਦਾ ਹੈ, ਕਿਉਂਕਿ ਭਾਰਤ ਜੀ 82.30 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਹੈ। ਜੇਕਰ ਆਪਾਂ 82.30 ਨੂੰ ਜੀ 4 ਨਾਲ ਗੁਣਾ ਕਰਦੇ ਹਾਂ ਅਤੇ ਉਸ ਨੂੰ ਬਾਅਦ ਦੇ ਵਿੱਚ ਜੋ ਮਿੰਟ ਆ ਜਾਂਦੇ ਆ ਉਸ ਨੂੰ ਆਪਾਂ ਘੰਟਿਆਂ ਦੇ ਵਿੱਚ ਕਨਵਰਟ ਕਰਦੇ ਹਾਂ ਅਤੇ ਇਹ ਆ ਜਾਂਦੇ ਆ ਜੀ ਲਗਭਗ 5.5 ਘੰਟੇ। ਜੇਕਰ ਮੰਨ ਕੇ ਚੱਲੋ ਕਿ ਜੇਕਰ ਦੁਪਹਿਰ ਦਾ 1 ਵਜੇ ਜੀ ਗ੍ਰੀਨਵਿਚ ਲਾਈਨ ਦੇ ਉੱਪਰ ਤਾਂ ਉਸ ਸਮੇਂ ਜੋ ਭਾਰਤ ਦਾ ਸਮਾਂ ਹੋਏਗਾ ਜੀ ਉਹ 5.5 ਘੰਟੇ ਅੱਗੇ ਹੋਏਗਾ, ਯਾਨੀ ਕਿ ਭਾਰਤ ਦੇ ਵਿੱਚ ਉਸ ਸਮੇਂ ਸ਼ਾਮ ਦੇ 6:30 ਦਾ ਜੋ ਸਮਾਂ ਉਹ ਹੋਏਗਾ। ਇਸ ਤਰ੍ਹਾਂ ਜੀ ਆਪਾਂ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਦੇਸ਼ਾਂਤਰ ਦਾ ਸਮਾਂ ਕੱਢ ਸਕਦੇ ਹਾਂ ਜੇਕਰ ਆਪਾਂ ਨੂੰ ਪਤਾ ਲੱਗੇ ਕਿ ਉਹ ਗ੍ਰੀਨਵਿਚ ਲਾਈਨ ਤੋਂ ਉੱਤਰ ਪੂਰਬ ਦੇ ਵਿੱਚ ਹੈ ਜਾਂ ਪੱਛਮ ਦੇ ਵਿੱਚ ਹੈ ਅਤੇ ਕਿੰਨੇ ਡਿਗਰੀ ਦੇਸ਼ਾਂਤਰ 'ਤੇ ਹੈ ਤਾਂ ਉਸ ਨੂੰ ਜੀ ਆਪਾਂ 4 ਨਾਲ ਗੁਣਾ ਕਰਕੇ ਉਸ ਦਾ ਜੋ ਸਮਾਂ ਹੈ ਗ੍ਰੀਨਵਿਚ ਲਾਈਨ ਤੋਂ ਕਿੰਨਾ ਡਿਫਰੈਂਸ ਹੈ ਉਹ ਆਪਾਂ ਪਤਾ ਕਰ ਸਕਦੇ ਹਾਂ। ਇਸ ਤਰ੍ਹਾਂ ਜੀ ਆਪਾਂ ਨੂੰ ਇਹ ਸਾਰਾ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਜੋ ਦੁਨੀਆ ਦੇ ਵੱਖ-ਵੱਖ ਦੇਸ਼ ਆ ਉਹਨਾਂ ਦੇ ਸਮੇਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਭਾਰਤ ਦਾ ਜੋ ਪ੍ਰਮਾਣਿਕ ਦੇਸ਼ਾਂਤਰ ਆ ਜਾਂ ਜੋ ਸਟੈਂਡਰਡ ਟਾਈਮ ਆ ਉਹ ਕਿੰਨੇ ਡਿਗਰੀ ਮੰਨਿਆ ਜਾਂਦਾ ਹੈ। ਇਸ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਜੀ। ਕਿਸੇ ਸਥਾਨ ਦਾ ਆਪਾਂ ਦੇਸ਼ਾਂਤਰ ਦਾ ਸਮਾਂ ਕਿਵੇਂ ਕੱਢ ਸਕਦੇ ਹਾਂ ਜੀ, ਇਸ ਨੂੰ ਤੁਸੀਂ ਓਨਾ ਟਾਈਮ ਨਹੀਂ ਤੁਹਾਨੂੰ ਪਤਾ ਲੱਗਣਾ ਜਿੰਨਾ ਟਾਈਮ ਤੁਸੀਂ ਕੱਢ ਕੇ ਇਸ ਨੂੰ ਖੁਦ ਹੱਲ ਕਰਕੇ ਨਹੀਂ ਦੇਖੋਗੇ। ਇਸ ਲਈ ਜੀ ਤੁਹਾਡੇ ਸਭ ਲਈ ਇੱਕ ਛੋਟਾ ਜਿਹਾ ਪ੍ਰਸ਼ਨ ਆ, ਤੁਸੀਂ ਪਤਾ ਕਰਨਾ ਹੈ ਕਿ 25.15 ਡਿਗਰੀ ਪੱਛਮੀ ਦੇਸ਼ਾਂਤਰ, ਠੀਕ ਹੈ ਜੀ 25.15 ਡਿਗਰੀ ਪੱਛਮੀ ਦੇਸ਼ਾਂਤਰ ਦਾ ਸਮਾਂ ਕੀ ਹੋਵੇਗਾ ਜਦੋਂ 0 ਡਿਗਰੀ ਦੇਸ਼ਾਂਤਰ ਜਾਂ ਗ੍ਰੀਨਵਿਚ ਲਾਈਨ ਦੇ ਉੱਪਰ ਸੁਬਾਹ ਦੇ 8 ਵਜੇ ਹੋਣਗੇ। ਠੀਕ ਹੈ ਜੀ 25.15 ਡਿਗਰੀ ਜੋ ਪੱਛਮੀ ਦੇਸ਼ਾਂਤਰ ਆ ਉਸ ਦਾ ਸਮਾਂ ਕੀ ਹੋਏਗਾ ਜਦੋਂ ਗ੍ਰੀਨਵਿਚ ਲਾਈਨ ਦੇ ਉੱਪਰ ਸੁਬਾਹ ਦੇ 8 ਵਜੇ ਦਾ ਸਮਾਂ ਹੋਵੇਗਾ। ਇਹ ਤੁਸੀਂ ਹੱਲ ਕਰਕੇ ਜੀ ਜ਼ਰੂਰ ਨੀਚੇ ਦੱਸਣਾ ਹੈ, ਕਿਉਂਕਿ ਇਸ ਟਾਈਪ ਦੇ ਜੋ ਪ੍ਰਸ਼ਨ ਹੈ ਜੀ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਪਣੇ ਤੋਂ ਪੁੱਛ ਲਏ ਜਾਂਦੇ ਨੇ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਗ੍ਰੀਨਵਿਚ ਲਾਈਨ ਦੇ ਉੱਤੇ ਇਹ ਸਮਾਂ ਅਤੇ ਇੰਨੇ ਡਿਗਰੀ ਦੇਸ਼ਾਂਤਰ ਦੇ ਉੱਤੇ ਆਪਾਂ ਨੇ ਆਹ ਸਮਾਂ ਕੱਢਣਾ ਹੈ। ਉਹ ਕਿਵੇਂ ਕੱਢਣਾ ਜੀ ਉਹ ਤੁਹਾਨੂੰ ਆਪਾਂ ਪਹਿਲਾਂ ਦੱਸਦਾ ਹੈ, ਉਸ ਨੂੰ ਤੁਸੀਂ ਜ਼ਰੂਰ ਹੱਲ ਕਰਕੇ ਦੇਖਣਾ ਹੈ। ਜੇਕਰ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜੀ, ਤੁਹਾਨੂੰ ਪ੍ਰੋਪਰ ਉਸ ਨੂੰ ਵਧੀਆ ਤਰੀਕੇ ਹੱਲ ਕਰਕੇ ਵੀ ਦਿਖਾ ਦਿੱਤਾ ਜਾਊਗਾ। ਹੁਣ ਆਪਾਂ ਪੜ੍ਹਦੇ ਹਾਂ ਜੀ ਭਾਰਤ ਅਤੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਸੰਬੰਧ।
ਜੋ ਭਾਰਤ ਦੇਸ਼ ਹੈ ਜੀ ਇਹ ਏਸ਼ੀਆ ਮਹਾਦੀਪ ਦੇ ਵਿੱਚ ਸਥਿਤ ਹੈ, ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਅਤੇ ਜੋ ਭਾਰਤ ਹੈ ਜੀ ਇਹ ਏਸ਼ੀਆ ਮਹਾਦੀਪ ਦੇ ਇਹ ਦੱਖਣੀ ਭਾਗ ਦੇ ਵਿੱਚ ਆ ਜਾਂਦਾ ਹੈ, ਯਾਨੀ ਕਿ ਏਸ਼ੀਆ ਮਹਾਦੀਪ ਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਇਹ ਆ ਜਾਂਦਾ ਹੈ। ਜੋ ਭਾਰਤ ਦੇਸ਼ ਹੈ ਜੀ ਇਹ ਏਸ਼ੀਆ ਮਹਾਦੀਪ ਦੇ ਪੂਰਬ ਅਤੇ ਪੱਛਮ ਦਿਸ਼ਾ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਜਾਂਦਾ ਹੈ। ਨਾ ਇਹ ਜ਼ਿਆਦਾ ਪੂਰਬ ਦਿਸ਼ਾ ਵਿੱਚ ਹੈ ਅਤੇ ਨਾ ਹੀ ਇਹ ਜ਼ਿਆਦਾ ਪੱਛਮ ਦਿਸ਼ਾ ਵਿੱਚ ਹੈ। ਇਸ ਨੂੰ ਤੁਸੀਂ ਮੈਪ ਰਾਹੀਂ ਜੀ ਵਧੀਆ ਤਰੀਕੇ ਦੇਖ ਸਕਦੇ ਹੋ। ਜੋ ਭਾਰਤ ਦੇਸ਼ ਹੈ ਜੀ ਇਹ ਹਿੰਦ ਮਹਾਸਾਗਰ ਜੋ ਕਿ ਯੂਰਪੀ ਦੇਸ਼ਾਂ ਅਤੇ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਨੂੰ ਜੀ ਆਪਸ ਦੇ ਵਿੱਚ ਜੋੜਦਾ ਹੈ, ਉਸ ਦੇ ਵਿੱਚ ਬਹੁਤ ਹੀ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਮੌਜੂਦ ਹੈ। ਕਿਉਂਕਿ ਜੋ ਭਾਰਤ ਦੇਸ਼ ਹੈ ਜੀ ਇਸ ਦੀ ਹਿੰਦ ਮਹਾਸਾਗਰ ਦੇ ਨਾਲ ਜੋ ਤੱਟੀ ਸੀਮਾ ਹੈ ਇਹ ਬਹੁਤ ਜ਼ਿਆਦਾ ਵਿਸ਼ਾਲ ਹੈ ਅਤੇ ਕਿਸੇ ਵੀ ਹੋਰ ਦੇਸ਼ ਦੀ ਇੰਨੀ ਮਜ਼ਬੂਤ ਸਥਿਤੀ ਨਹੀਂ ਹੈ ਹਿੰਦ ਮਹਾਸਾਗਰ ਦੇ ਵਿੱਚ। ਇਸੇ ਕਰਕੇ ਜੋ ਹਿੰਦ ਮਹਾਸਾਗਰ ਹੈ ਜੀ ਇਸ ਦਾ ਨਾਮ ਕਿਸੇ ਦੇਸ਼ 'ਤੇ ਯਾਨੀ ਕਿ ਭਾਰਤ ਦੇਸ਼ ਦੇ ਨਾਮ 'ਤੇ ਰੱਖਿਆ ਗਿਆ ਹੈ। ਜੋ ਹਿੰਦ ਮਹਾਸਾਗਰ ਹੈ ਜੀ ਇਸ ਦਾ ਨਾਮ ਹਿੰਦੁਸਤਾਨ ਤੋਂ ਹੀ ਲਿਆ ਗਿਆ ਹੈ, ਇਸੇ ਕਰਕੇ ਇਸ ਨੂੰ ਜੀ ਹਿੰਦ ਮਹਾਸਾਗਰ ਕਿਹਾ ਜਾਂਦਾ ਹੈ। ਜੋ ਭਾਰਤ ਦੇਸ਼ ਹੈ ਜੀ ਇਸ ਦਾ ਯੂਰਪ ਅਤੇ ਹੋਰ ਦੇਸ਼ਾਂ ਦੇ ਨਾਲ ਜੀ ਬਹੁਤ ਪੁਰਾਣੇ ਸਮੇਂ ਤੋਂ ਜੋ ਵਪਾਰ ਸੰਬੰਧ ਹੈ ਜੀ ਉਹ ਰਿਹਾ ਹੈ। ਪਹਿਲਾਂ ਕੇਵਲ ਇਹ ਵਪਾਰ ਜੀ ਥਲੀ ਰਸਤਿਆਂ ਰਾਹੀਂ ਯਾਨੀ ਕਿ ਜ਼ਮੀਨੀ ਰਸਤਿਆਂ ਦੇ ਰਾਹੀਂ ਹੀ ਕੀਤਾ ਜਾਂਦਾ ਸੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੀ ਲੋਕਾਂ ਨੂੰ ਇੰਨੀ ਨੌਲੇਜ ਜਾਂ ਇੰਨੀ ਟੈਕਨੋਲੋਜੀ ਨਹੀਂ ਸੀ ਕਿ ਉਹ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਨ। ਪਰ 1498 ਈਸਵੀ ਦੇ ਵਿੱਚ ਜੀ ਪਹਿਲਾ ਪੁਰਤਗਾਲੀ ਵਿਅਕਤੀ ਜਿਸ ਨੂੰ ਵਾਸਕੋ ਡੀ ਗਾਮਾ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਜੀ, ਉਸਨੇ ਯੂਰਪ ਤੋਂ ਲੈ ਕੇ ਭਾਰਤ ਤੱਕ ਦਾ ਜੋ ਸਮੁੰਦਰੀ ਰਸਤਾ ਸੀ ਇਸ ਦੀ ਖੋਜ ਕੀਤੀ ਸੀ, ਜਿਸ ਦੇ ਨਾਲ ਕੀ ਹੈ ਜੀ ਕਿ ਭਾਰਤ ਅਤੇ ਯੂਰਪ ਦੇ ਦੇਸ਼ਾਂ ਦੇ ਵਿਚਕਾਰ ਜੋ ਵਪਾਰ ਆ ਉਹ ਬਹੁਤ ਹੀ ਜ਼ਿਆਦਾ ਵੱਧ ਗਿਆ ਸੀ। ਹਿਸਟਰੀ ਦੀ ਵੀਡੀਓ ਜੀ ਆਪਣੇ ਚੈਨਲ ਦੇ ਉੱਪਰ ਇੱਕ ਅਪਲੋਡ ਹੈ, ਜਿਸ ਦੇ ਵਿੱਚ ਆਪਾਂ ਪੜ੍ਹਿਆ ਹੈ ਕਿ ਯੂਰਪੀ ਸ਼ਕਤੀਆਂ ਦਾ ਭਾਰਤ ਦੇ ਵਿੱਚ ਆਗਮਨ। ਉਸ ਦੇ ਵਿੱਚ ਜੀ ਆਪਾਂ ਇਹ ਬਹੁਤ ਵਧੀਆ ਤਰੀਕੇ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਵਾਸਕੋ ਡੀ ਗਾਮਾ ਆਉਂਦਾ ਹੈ ਅਤੇ ਕਿਹੜੀਆਂ-ਕਿਹੜੀਆਂ ਯੂਰਪੀ ਸ਼ਕਤੀਆਂ ਭਾਰਤ ਦੇ ਵਿੱਚ ਐਂਟਰ ਕਰਦੀਆਂ ਨੇ। ਜੇਕਰ ਤੁਸੀਂ ਉਹ ਵੀਡੀਓ ਅਜੇ ਤੱਕ ਨਹੀਂ ਦੇਖੀ ਤਾਂ ਉਸ ਦਾ ਲਿੰਕ ਵੀ ਤੁਹਾਨੂੰ ਉੱਪਰ ਆਈ ਬਟਨ ਦੇ ਵਿੱਚ ਮਿਲ ਜਾਏਗਾ, ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖ ਲੈਣਾ। ਜਦੋਂ ਸਮੁੰਦਰੀ ਰਸਤੇ ਰਾਹੀਂ ਜੀ ਯੂਰਪ ਅਤੇ ਭਾਰਤ ਦੇ ਵਿਚਕਾਰ ਵਪਾਰ ਹੋਣ ਲੱਗਿਆ ਤਾਂ ਭਾਰਤ ਦੇ ਵਿੱਚੋਂ ਤਿਆਰ ਮਾਲ ਜਿਵੇਂ ਕਿ ਮਸਾਲੇ, ਕੱਪੜੇ ਅਤੇ ਹੋਰ ਹੱਥੀਂ ਬਣੀਆਂ ਜੋ ਵਸਤੂਆਂ ਸੀ ਇਹ ਯੂਰਪ ਦੇ ਦੇਸ਼ਾਂ ਵਿੱਚ ਜਾ ਕੇ ਵਿਕਣ ਲੱਗੀਆਂ। ਅਤੇ ਜਦੋਂ ਕੁਛ ਵੀ ਦੋ ਦੇਸ਼ਾਂ ਦੇ ਵਿਚਕਾਰ ਜੀ ਕਿਸੇ ਵੀ ਟਾਈਪ ਦੇ ਸੰਬੰਧ ਬਣਦੇ ਨੇ, ਚਾਹੇ ਉਹ ਵਪਾਰਕ ਹੋਣ, ਤਾਂ ਉਸ ਦੇ ਨਾਲ ਜੀ ਉਹਨਾਂ ਦੋਨਾਂ ਦੇਸ਼ਾਂ ਜਾਂ ਕੰਟੀਨੈਂਟਸ ਦੇ ਵਿਚਕਾਰ ਇੱਕ ਦੂਜੇ ਦੀ ਸੱਭਿਅਤਾ ਦੇ ਉੱਪਰ, ਸੱਭਿਆਚਾਰ ਦੇ ਉੱਪਰ ਉਹਨਾਂ ਦਾ ਅਸਰ ਹੁੰਦਾ ਹੈ। ਇਸੇ ਤਰ੍ਹਾਂ ਜੋ ਭਾਰਤ ਦੀ ਸੰਸਕ੍ਰਿਤੀ ਸੀ ਇਹ ਯੂਰਪ ਦੇ ਵਿੱਚ ਫੈਲਣ ਲੱਗੀ ਅਤੇ ਜੋ ਯੂਰਪ ਦੀ ਸੰਸਕ੍ਰਿਤੀ ਸੀ ਉਹ ਭਾਰਤ ਦੇ ਉੱਪਰ ਆਪਣਾ ਪ੍ਰਭਾਵ ਪਾਉਣ ਲੱਗੀ। ਜਿਵੇਂ ਕਿ ਭਾਰਤ ਦੇ ਵਿੱਚ ਜੀ ਹੁਣ ਨਿਰਮਾਣ ਕਲਾ, ਇਮਾਰਤ ਕਲਾ ਦੇ ਵਿੱਚ ਮੀਨਾਰ ਅਤੇ ਗੁੰਬਦ ਬਣਾਉਣ ਦੀ ਸ਼ੁਰੂਆਤ ਹੋ ਗਈ ਸੀ। ਇਸੇ ਦੇ ਨਾਲ ਹੀ ਜੀ ਭਾਰਤ ਦੇ ਵਿੱਚ ਜੋ ਯੂਰਪੀਅਨ ਕੰਪਨੀਆਂ ਜੀ ਉਹਨਾਂ ਦੀ ਆਉਣ ਦੀ ਸ਼ੁਰੂਆਤ ਹੋ ਗਈ ਅਤੇ ਜਿਸ ਦੇ ਨਾਲ ਹੀ ਭਾਰਤ ਦੀ ਜੋ ਗੁਲਾਮੀ ਦਾ ਦੌਰ ਹੈ ਜੀ ਉਹ ਸ਼ੁਰੂ ਵੀ ਹੋ ਗਿਆ ਸੀ। ਇਸ ਤੋਂ ਬਾਅਦ ਜੀ 1869 ਈਸਵੀ ਦੇ ਵਿੱਚ ਜੀ ਸਵੇਜ਼ ਨਹਿਰ ਦਾ ਨਿਰਮਾਣ ਕੀਤਾ ਗਿਆ, ਜਿਹੜੀ ਕਿ ਭਾਰਤ ਅਤੇ ਯੂਰਪ ਦੇ ਵਿਚਕਾਰ ਜੋ ਵਪਾਰ ਹੈ ਜੀ ਉਸ ਨੂੰ ਬਹੁਤ ਹੀ ਜ਼ਿਆਦਾ ਤੇਜ਼ ਕਰ ਦਿੰਦੀ ਹੈ। ਭਾਰਤ ਅਤੇ ਯੂਰਪ ਦੇ ਵਿਚਕਾਰ ਜੀ ਵਪਾਰ ਇਸ ਲਈ ਤੇਜ਼ ਹੋ ਗਿਆ ਕਿਉਂਕਿ ਇਹ ਸਵੇਜ਼ ਨਹਿਰ ਬਣਨ ਦੇ ਨਾਲ ਜੋ ਭਾਰਤ ਤੋਂ ਯੂਰਪ ਤੱਕ ਦਾ ਸਮੁੰਦਰੀ ਰਸਤਾ ਸੀ ਜੀ ਉਸ ਦੀ 7000 ਕਿਲੋਮੀਟਰ ਦੀ ਜੋ ਦੂਰੀ ਸੀ ਉਹ ਘਟ ਗਈ ਸੀ, ਕਿਉਂਕਿ ਇਹ ਹੁਣ ਇੱਕ ਸ਼ਾਰਟਕਟ ਬਣ ਗਿਆ ਸੀ ਜੀ, ਜਿਸ ਦੇ ਨਾਲ ਭਾਰਤ ਤੋਂ ਯੂਰਪ ਤੱਕ ਹੁਣ ਆਸਾਨੀ ਨਾਲ ਜਾਇਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਜੀ ਭਾਰਤ ਦੇ ਵਿੱਚੋਂ ਜੋ ਵਪਾਰ ਕਰਨਾ ਹੁੰਦਾ ਸੀ ਉਹਨਾਂ ਨੂੰ ਜੀ ਸਾਰਾ ਅਫਰੀਕਾ ਮਹਾਦੀਪ ਘੁੰਮ ਕੇ ਯੂਰਪ ਦੇ ਵਿੱਚ ਜਾਣਾ ਪੈਂਦਾ ਸੀ। ਇਸ ਨੂੰ ਜੀ ਤੁਸੀਂ ਇਸ ਮੈਪ ਦੇ ਰਾਹੀਂ ਵਧੀਆ ਤਰੀਕੇ ਸਮਝ ਸਕਦੇ ਹੋ। ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਸਵੇਜ਼ ਨਹਿਰ ਹੈ ਜੀ ਇਹ ਕਿੰਨੇ ਸ਼ਾਰਟਕਟ ਨਾਲ ਯੂਰਪ ਦੇ ਵਿੱਚ ਭਾਰਤ ਨੂੰ ਪਹੁੰਚਾ ਰਹੀ ਹੈ। ਜੇਕਰ ਇਹ ਸ਼ਾਰਟਕਟ ਨਹੀਂ ਸੀ ਜਦੋਂ ਤੱਕ 1869 ਈਸਵੀ ਤੱਕ, ਉਸ ਤੋਂ ਪਹਿਲਾਂ ਜੋ ਸਾਰਾ ਅਫਰੀਕਾ ਮਹਾਦੀਪ ਜੀ ਉਹ ਘੁੰਮ ਕੇ ਯੂਰਪ ਦੇ ਵਿੱਚ ਜਾਣਾ ਪੈਂਦਾ ਸੀ। ਜੋ ਸਵੇਜ਼ ਨਹਿਰ ਹੈ ਜੀ ਇਹ ਲਾਲ ਸਾਗਰ ਯਾਨੀ ਕਿ ਰੈੱਡ ਸੀ ਅਤੇ ਮੈਡੀਟੇਰੀਅਨ ਸੀ ਇਹ ਦੋਨਾਂ ਨੂੰ ਆਪਸ ਦੇ ਵਿੱਚ ਮਿਲਾਉਂਦੀ ਹੈ। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਜੀ ਕਿ ਸਵੇਜ਼ ਨਹਿਰ ਕਿਹੜੇ-ਕਿਹੜੇ ਸਾਗਰਾਂ ਨੂੰ ਆਪਸ ਦੇ ਵਿੱਚ ਮਿਲਾਉਂਦੀ ਹੈ ਅਤੇ ਇਸ ਦਾ ਨਿਰਮਾਣ ਕਦੋਂ ਕੀਤਾ ਗਿਆ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ ਯਾਨੀ ਕਿ ਭਾਰਤ ਦੀਆਂ ਨੇਬਰਿੰਗ ਕੰਟਰੀਜ਼ ਬਾਰੇ। ਉਸ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਕਿ ਭਾਰਤ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਸਟੇਟਸ ਨੇ ਅਤੇ ਕਿੰਨੇ ਯੂਟੀ ਨੇ, ਯਾਨੀ ਕਿ ਕਿੰਨੇ ਰਾਜ ਨੇ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਭਾਰਤ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਜੀ 28 ਰਾਜ ਨੇ, 28 ਸਟੇਟਸ ਅਤੇ ਜੋ ਯੂਟੀ ਆ ਜੀ ਯਾਨੀ ਕਿ ਯੂਨੀਅਨ ਟੈਰੀਟਰੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੀ ਗਿਣਤੀ ਜੀ ਵਰਤਮਾਨ ਸਮੇਂ ਦੇ ਵਿੱਚ 8 ਹੈ। 2021 ਦੇ ਵਿੱਚ ਜੀ 28 ਰਾਜ ਹੈ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੀ, ਅੱਧੇ ਸਟੂਡੈਂਟ ਹਾਲੇ ਵੀ 9 ਕੇਂਦਰ ਸ਼ਾਸਿਤ ਪ੍ਰਦੇਸ਼ ਲਿਖੀ ਜਾਂਦੇ ਹੈ। ਇਸ ਨੂੰ ਤੁਸੀਂ ਆਪਣਾ ਕਲੀਅਰ ਕਰ ਲਓ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਿ ਭਾਰਤ ਦੀ ਜੋ ਸਥਲੀ ਸੀਮਾ ਹੈ ਉਹ ਕਿਹੜੇ ਦੇਸ਼ ਨਾਲ ਕਿਹੜੀ ਦਿਸ਼ਾ ਦੇ ਵਿੱਚ ਲੱਗਦੀ ਹੈ। ਤਾਂ ਜੇਕਰ ਗੱਲ ਕਰੀਏ ਜੀ ਆਪਾਂ ਉੱਤਰ ਪੱਛਮੀ ਦਿਸ਼ਾ ਦੇ ਵਿੱਚ ਯਾਨੀ ਕਿ ਆਪਣੇ ਲੈਫਟ ਹੈਂਡ ਸਾਈਡ ਦੇ ਵਿੱਚ ਉੱਪਰ ਵਾਲੀ ਸਾਈਡ 'ਤੇ, ਤਾਂ ਇੱਥੇ ਜੋ ਭਾਰਤ ਦੀ ਸੀਮਾ ਜੀ ਇਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਲੱਗਦੀ ਹੈ। ਅਤੇ ਜੇਕਰ ਆਪਾਂ ਉੱਤਰ ਦਿਸ਼ਾ ਦੇ ਵਿੱਚ ਦੇਖੀਏ ਤਾਂ ਜੋ ਭਾਰਤ ਦੀ ਸੀਮਾ ਲੱਗਦੀ ਹੈ ਜੀ ਇਹ ਲੱਗਦੀ ਹੈ ਚੀਨ ਦੇ ਨਾਲ, ਤਿੱਬਤ ਦੇ ਨਾਲ, ਨੇਪਾਲ ਅਤੇ ਭੂਟਾਨ ਦੇ ਨਾਲ, ਠੀਕ ਹੈ ਜੀ।
ਜੇਕਰ ਗੱਲ ਕਰੀਏ ਆਪਾਂ ਰਾਈਟ ਹੈਂਡ ਸਾਈਡ ਯਾਨੀ ਕਿ ਪੂਰਬ ਦਿਸ਼ਾ ਦੇ ਵਿੱਚ, ਤਾਂ ਜੋ ਭਾਰਤ ਦੀ ਸੀਮਾ ਲੱਗਦੀ ਹੈ ਜੀ, ਇਹ ਲੱਗਦੀ ਹੈ ਮਿਆਂਮਾਰ ਦੇਸ਼ ਦੇ ਨਾਲ ਅਤੇ ਬੰਗਲਾਦੇਸ਼ ਦੇ ਨਾਲ। ਠੀਕ ਹੈ ਜੀ, ਇਹ ਸਾਰੀਆਂ ਕੰਟਰੀਆਂ ਜੋ ਉੱਪਰ ਵਾਲੀ ਸਾਈਡ ਰਹਿ ਜਾਂਦੀਆਂ ਨੇ। ਇਸ ਤੋਂ ਬਾਅਦ ਜੋ ਭਾਰਤ ਦੇ ਦੋ ਗਵਾਂਢੀ ਦੇਸ਼ ਨੇ ਜੀ, ਇਹ ਸਮੁੰਦਰ ਦੇ ਵਿੱਚ ਵੀ ਆ ਜਾਂਦੇ ਨੇ, ਜੋ ਨੀਚੇ ਵਾਲੀ ਸਾਈਡ ਆ ਜਾਂਦੇ ਨੇ। ਪਹਿਲਾ ਆ ਜਾਂਦਾ ਹੈ ਜੀ ਭਾਰਤ ਦੇ ਦੱਖਣ ਦੇ ਵਿੱਚ ਸ਼੍ਰੀਲੰਕਾ, ਅਤੇ ਦੂਸਰਾ ਆ ਜਾਂਦਾ ਹੈ ਜੀ ਦੱਖਣ ਪੱਛਮੀ ਦਿਸ਼ਾ ਦੇ ਵਿੱਚ ਮਾਲਦੀਵ। ਜੋ ਸ਼੍ਰੀਲੰਕਾ ਅਤੇ ਭਾਰਤ ਜੀ, ਇਸ ਦੇ ਵਿਚਕਾਰ ਇੱਕ ਸਮੁੰਦਰੀ ਰਸਤਾ ਜੀ, ਜਿਸ ਨੂੰ ਆਪਾਂ ਪਾਕ ਜਲ ਸੰਧੀ ਦੇ ਨਾਮ ਨਾਲ ਜਾਣਦੇ ਹਾਂ। ਇਸ ਨੂੰ ਪਾਕ ਸਟ੍ਰੇਟ ਕਿਹਾ ਜਾਂਦਾ ਹੈ ਜੀ ਇੰਗਲਿਸ਼ ਦੇ ਵਿੱਚ। ਇੱਕ ਬਹੁਤ ਹੀ ਛੋਟਾ ਜੀ ਇੱਕ ਸਮੁੰਦਰੀ ਰਸਤਾ ਹੈਗਾ ਜੋ ਸ਼੍ਰੀਲੰਕਾ ਅਤੇ ਭਾਰਤ ਨੂੰ ਜੀ ਆਪਸ ਦੇ ਵਿੱਚ ਮਿਲਾਉਂਦਾ ਹੈ। ਜੋ ਸਥਲ ਸੰਧੀ ਹੁੰਦੀ ਹੈ ਅਤੇ ਜੋ ਜਲ ਸੰਧੀ ਹੁੰਦੀ ਹੈ ਜੀ, ਇਸ ਦੇ ਬਾਰੇ ਵੀ ਆਪਾਂ 6th ਕਲਾਸ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਪੜ੍ਹਿਆ ਸੀ। ਕਿਸ ਨੂੰ ਕੀ ਕਹਿੰਦੇ ਨੇ, ਕਿਹੜੀ ਜਗ੍ਹਾ ਕਿਹੜੀ ਸੰਧੀ ਹੈ, ਸਭ ਕੁਝ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਜੇਕਰ ਤੁਸੀਂ ਪ੍ਰੀਵੀਅਸ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਉਹ ਵੀਡੀਓਜ਼ ਨੂੰ ਜ਼ਰੂਰ ਦੇਖ ਲੈਣਾ। ਜੋ ਸ਼੍ਰੀਲੰਕਾ ਅਤੇ ਭਾਰਤ ਦੇ ਵਿਚਕਾਰ ਜੀ ਸਮੁੰਦਰੀ ਰਸਤਾ ਇਹ ਜਲ ਸੰਧੀ ਹੈ, ਇਸ ਨੂੰ ਆਪਾਂ ਕਹਿੰਦੇ ਹਾਂ ਜੀ ਪਾਕ ਜਲ ਸੰਧੀ। ਠੀਕ ਹੈ ਜੀ। ਅਤੇ ਜੋ ਲਕਸ਼ਦੀਪ ਜੀ ਭਾਰਤ ਦਾ ਹਿੱਸਾ ਨੇ, ਉਸ ਦੇ ਦੱਖਣੀ ਭਾਗ ਯਾਨੀ ਕਿ ਉਸ ਦੇ ਨੀਚੇ ਵਾਲੀ ਸਾਈਡ ਹੀ ਮੌਜੂਦ ਨੇ ਮਾਲਦੀਵ, ਜਿਵੇਂ ਕਿ ਤੁਸੀਂ ਇਹ ਮੈਪ ਦੇ ਵਿੱਚ ਦੇਖ ਰਹੇ ਹੋ। ਇਸ ਤਰ੍ਹਾਂ ਆਪਾਂ ਜਾਣਦੇ ਹਾਂ ਜੀ ਕਿ ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਕਿੰਨੇ ਰਾਜ ਨੇ, ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਅਤੇ ਕਿਹੜੀ ਦਿਸ਼ਾ ਦੇ ਵਿੱਚ ਭਾਰਤ ਦੀ ਕਿਹੜੀ ਨੇਬਰਿੰਗ ਕੰਟਰੀ ਆ ਜਾਂਦੀ ਹੈ। ਇੱਥੇ ਹੀ ਅੱਜ ਦਾ ਆਪਣਾ ਇਹ ਚੈਪਟਰ ਸਮਾਪਤ ਹੁੰਦਾ ਹੈ ਜੀ। ਹੋਪ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਜ਼ਰੂਰ ਕਰ ਦੇਣਾ। ਜੇਕਰ ਅਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ। ਅਤੇ ਇਹ ਸਾਰੀਆਂ ਹੀ ਵੀਡੀਓਜ਼ ਦੇ ਜੀ ਫ੍ਰੀ ਆਫ ਕੋਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਚੈਨਲ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।